ਜਿਹੜਾ ਸਾਡਾ ਮਾਹੌਲ ਹੈ। ਕੋਈ ਬੰਦਾ ਕਿਸੇ ਨਾਲ ਚੱਜ ਨਾਲ ਮਸੀਤ ਦੇ ਨਮਾਜ਼ੀ ਇੱਕ ਦੂਜੇ ਨੂੰ ਘੋਰ ਘੋਰ ਵਹਿੰਦੇ ਨੇ, ਸਹੀ ਤਰ੍ਹਾਂ ਇਹ ਵੀ ਨਹੀਂ ਵਹਿੰਦੇ ਜੀ, ਸਲਾਮ ਫਿਰਦੇ ਨਾ, ਹਾਲਾਂਕਿ ਇਹ ਦੀਨ ਦੇ ਕਰੀਬ ਲੋਕ ਨੇ, ਦੀਨ ਦੇ ਕਰੀਬ ਲੋਕ ਨੇ। ਤੇ ਦੂਜਿਆਂ ਬਾਹਰ ਵਾਲਿਆਂ ਦੀ ਤਾਂ ਗੱਲ ਹੀ ਛੱਡੋ, ਉਹਨਾਂ ਨੂੰ ਤਾਂ ਕਿਤੇ ਸੁਲ੍ਹਾ ਵੀ ਕਰਾਵੋ ਨਾ ਧੱਕੇ ਨਾਲ ਵੀ, ਆ ਯਾਰ ਅੱਲਾ ਦੇ ਬੰਦਿਆ, ਰੱਬ ਨੂੰ ਕੋਈ ਨਹੀਂ ਮਿਲਣਾ ਹੀ, ਇਹ ਬੜਾ ਵੱਡਾ ਗੁਨਾਹ ਹੀ ਜਿਹੜਾ ਤੂੰ ਪੇ ਕਰਨਾ, ਇਹਦੇ ਨਾਲ ਸੁਲ੍ਹਾ ਕਰ। ਜੇ 5-4 ਜਣੇ ਅਸੀਂ ਲੈ ਜਾਈਏ ਨਾ ਤੂੰ ਰਾਹ 'ਚ ਅੜਕ ਵੇੜ ਕੇ ਤੇ ਖਲੋ ਜਾਏਗਾ। ਉਹਨਾਂ ਹੁਣ ਹੋਇਆ ਕੀ ਇਹ, ਅੱਲਾ ਦੇ ਬੰਦਾ ਜੰਨਤ ਲੱਭਣੀ ਸਿੱਧੀ, ਜੰਨਤ 'ਚ ਜਾਏਗਾ, ਚੱਲ ਆ ਨਾ। ਕਹਿੰਦਾ ਨਹੀਂ ਨਹੀਂ ਮੌਲਵੀ ਜੀ ਮੈਂ ਤਾਂ ਜਾਣਾ ਨਹੀਂ ਸੀ, ਹੁਣ ਤੁਸੀਂ ਮਜ਼ਜ਼ ਬੰਦੇ ਜੇ ਫਿਰ ਤਾਂ ਤੁਹਾਡੀ ਗੱਲ ਮੰਨ ਲਈ ਮੈਂ। ਅਤੇ ਹੁਣ ਇੱਕ ਗੱਲ ਜੇ, ਮੈਂ ਤੁਹਾਡੇ ਨਾਲ ਜਾਵਾਂਗਾ ਜ਼ਰੂਰ, ਪਰ ਉਹਦੇ ਨਾਲ ਸਲਾਮ ਨਹੀਂ ਲੈਣਾ ਮੈਂ ਉਹ ਕਿਵੇਂ ਤੇਰੀ ਨਬਜ਼ ਵਿਖਾਉਣ ਚੱਲੇ ਆ ਵੀ ਚੈੱਕ ਕਰ ਇਹਨੂੰ ਹੈਪਾਟਾਈਟਸ ਹੈ ਕਿ ਨਹੀਂ, ਇਹਦਾ ਕ੍ਰੇਟੀਨਾਈਨ ਵਧਿਆ ਤਾਂ ਨਹੀਂ ਕਿਤੇ, ਇਹਦਾ ਮਾਈਂਡ ਸੈੱਟ ਚੱਡ ਕਰ ਜਰਾ ਵੀ ਤੈਨੂੰ ਉਹਦੇ ਨਾਲ ਖੁਦਾ ਕੇ ਬੰਦੋ। ਆਓ ਘਰਾਂ ਦੇ ਅੰਦਰ, ਘਰਾਂ ਦਾ ਮਾਹੌਲ ਦੇਖੋ, ਮੀਆਂ ਬੀਵੀ ਤੋਂ ਕਲੋਜ਼ ਕੋਈ ਰਿਸ਼ਤਾ ਹੁੰਦਾ, ਮੀਆਂ ਬੀਵੀ ਤੋਂ ਕਲੋਜ਼, ਸਭ ਤੋਂ ਕਲੋਜ਼ ਰਿਸ਼ਤਾ ਅੱਲਾ ਨੇ ਰੱਖਿਆ, ਇੱਕ ਦੂਸਰੇ ਦਾ ਲਿਬਾਸ ਨੇ। ਇਹ ਕਾਹਦਾ ਲਿਬਾਸ, ਇੱਕ ਦੂਜੇ ਦੇ ਕੱਪੜੇ ਲਾਉਣ ਨੂੰ ਫਿਰਦੇ ਨੇ, ਬੁੜੀ ਬੰਦੇ ਦੇ ਬੰਦਾ ਬੁੜੀ ਨੂੰ ਕੱਪੜੇ ਲਾਉਣ ਤੋਂ ਮੁਰਾਦ ਕੀ, ਉਹਨੂੰ ਬੇਇੱਜ਼ਤ ਕਰਦੀ, ਉਹਨੂੰ ਬੇਇੱਜ਼ਤ ਕਰਦੀ, ਯਾਨੀ ਇੱਕ ਘਰ ਦਾ ਮਾਹੌਲ ਹੀ ਨਹੀਂ। ਐਡੇ ਐਡੇ ਬੱਚੇ ਹੋ ਗਏ ਨੇ, ਉਹ ਜਦੋਂ ਘਰ ਆਉਂਦੇ ਨੇ ਜਵਾਨ ਮੁੰਡੇ ਨੇ, ਐਡਾ ਅੰਮੀ ਦਾ ਮੂੰਹ ਹੁੰਦਾ ਤਾਂ ਐਡਾ ਹੀ ਅੱਬੂ ਦਾ ਹੁੰਦਾ, ਉਹ ਵਿਚਾਰੇ ਡਾ ਕੇ ਟੈਨਸ਼ਨ ਲੈਂਦੇ ਨੇ ਵੀ ਇਹਨਾਂ ਨੂੰ ਹੋਇਆ ਕੀ ਹੈ, ਇਹਨਾਂ ਨੂੰ ਕਸਰ ਕੀ ਹੈ ਖਰੇ, ਮੈਂ ਇਹਨਾਂ ਨੂੰ ਕਿਸੇ ਹਕੀਮ ਨੂੰ ਚੈੱਕ ਕਰਾਓ ਖਰੇ, ਇਹਨਾਂ ਨੂੰ ਕੀ ਰੋਲਾ ਹੈ, ਕਮ ਸੇ ਕਮ ਇਹਨਾਂ ਨੂੰ ਕੋਈ ਮਾਹੌਲ ਤਾਂ ਸਹੀ। ਉਹ ਬੱਚੇ ਟੈਨਸ਼ਨ ਲੈ ਲੈ ਜਵਾਨ ਹੁੰਦੇ ਨੇ, ਕੈਸੀ ਜ਼ਿੰਦਗੀ ਹੈ ਯਾਰ। ਉਹ ਥੋੜ੍ਹੀ ਜਿਹੀ ਰੱਬ ਨੇ ਜ਼ਿੰਦਗੀ ਕੀਤੀ, ਐਵੇਂ ਹੀ ਹੁਸੜੇ ਮਰ ਜਾਇਆ ਜੇ, ਕਿਵੇਂ ਕਬਰਾਂ 'ਚ ਵੜ ਜਾਇਆ ਜੀ, ਇਹ ਕੈਸੀ ਜ਼ਿੰਦਗੀ। ਭਾਈ ਆਪਣੇ ਅੰਦਰ ਮੁਹੱਬਤ ਪੈਦਾ ਕਰ। ਅਤੇ ਮੈਂ ਤਾਂ ਨਾ ਵੀ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਨਾ, ਬੰਦਾ ਨੇੜੇ ਹੋਵੇ ਨਾ ਤਾਂ ਫਿਰ ਬੜੀਆਂ ਤਾਰੀਫਾਂ ਕਰਦੀਆਂ ਨੇ, ਫਿਰ ਬੰਦੇ ਤੋਂ ਸਦਕੇ ਵਾਰੀ ਐਵੇਂ ਹੀ ਜਾਈ ਜਾਂਦੀਆਂ ਨੇ, ਬੰਦਾ ਆਉਂਦਾ ਵਾਕਈ ਮੇਰੇ ਤੋਂ ਕੁਰਬਾਨ ਹੋਣ ਲੱਗੀ ਹੈ। ਅਤੇ ਬਸ ਉਹ ਉਤਨੀਆਂ ਹੀ ਗੱਲਾਂ ਸੁਣਿਆ ਕਰੋ। ਮੈਂ ਕਈ ਵਾਰੀ ਆਉਣਾ ਨਾ ਕਿ ਬੰਦਾ ਬਿਮਾਰ ਪਿਆ ਹੋਵੇ ਨਾ ਤਾਂ ਲੱਗੀ ਜਾਏਗੀ, ਹਾਂ ਤੂੰ ਬਿਮਾਰ ਨਾ ਹੁੰਦਾ ਮੈਂ ਹੋ ਜਾਂਦੀ, ਇਹ ਬੁਖਾਰ ਤੈਨੂੰ ਨਾ ਚੜ੍ਹਦਾ, ਵੱਡੀ ਬਿਮਾਰੀ ਲੱਗ ਗਈ ਤੈਨੂੰ, ਮੈਨੂੰ ਲੱਗ ਜਾਂਦੀ, ਤੈਨੂੰ ਕਾਹਤੋਂ ਲੱਗੀ। ਉਹ ਬੰਦਾ ਆਉਂਦਾ ਵੀ ਇਹ ਜੀ ਬੁੜੀ ਤਾਂ ਕਿਸਮਤ ਵਾਲਿਆਂ ਨੂੰ ਲੱਭਦੀ, ਮੈਂ ਤਾਂ ਜਨਤੀ ਹਾਂ ਜਿਹਨੂੰ ਆਹ ਬੁੜੀ ਲੱਭੀ, ਜਿਹੜੀ ਮੇਰੇ ਉੱਤੇ ਸਦਕੇ ਵਾਰੀ ਜਾਂਦੀ ਹੈ, ਕਦੀ ਇੱਥੇ ਨੇੜੇ ਆਉਂਦੀ ਹੈ ਵੀ ਤੂੰ ਨਾ ਬਿਮਾਰ ਹੁੰਦਾ ਮੈਂ ਹੋ ਜਾਂਦਾ। ਉਹ ਬੁੜੀ ਕੋਈ ਇੱਦਾਂ ਦੀ ਸੀ ਨਾ, ਤੂੰ ਪਿੰਡ ਥਾਂ 'ਚ ਕਿਤੇ ਵਿਚਾਰੀ ਸਦਕੇ ਵਾਰੀ ਜਾਵੇ, ਅਤੇ ਉਹ ਨਲਕਾ, ਉਦੋਂ ਨਲਕੇ ਹੁੰਦੇ ਸੀ ਭਲੇ ਸਮੇਂ ਤੋਂ, ਭਾਂਡੇ ਧੋਣ ਬਹਿ ਗਈ, ਅਤੇ ਉਹ ਕਿਤੇ ਉਹਨਾਂ ਦਾ ਜਿਹੜਾ ਮੱਝਾਂ ਵਾਸਤੇ ਵੰਡ ਪਿਆ ਸੀ, ਉਹਨੂੰ ਕੱਟਾ ਛੁੱਟ ਗਿਆ, ਉਹ ਵੜ ਗਿਆ ਉਹ ਪਤੀਲੇ ਨੂੰ, ਮੂੰਹ ਲਾਇਆ ਤਾਂ ਉਹਦਾ ਵਿਚਾਰੇ ਕੱਟੇ ਦਾ ਜਿੱਡਾ ਸਿਰ ਸੀ ਪਤੀਲੇ 'ਚ ਹੀ ਫਸ ਗਿਆ। ਹੁਣ ਕੱਟੇ ਨੇ ਜਦੋਂ ਮੂੰਹ ਚੁੱਕਿਆ ਪਤੀਲਾ ਤਾਂ ਹੀ ਚੁੱਕਿਆ ਗਿਆ। ਹੁਣ ਕੱਟੇ ਨੂੰ ਕਿੱਥੋਂ ਦਿਸੇ ਅੰਨ੍ਹਿਆ ਤਰ੍ਹਾਂ ਇਹਨੂੰ ਲਗਾ ਜਾਵੇ, ਇਹਨੂੰ ਲਗਾ ਜਾਵੇ। ਉਹ ਕਰਤਾ ਕੋਈ ਕਿਸਮਤ ਮਾੜੀ ਉਵੇਂ ਹੀ ਨਾ, ਉਹ ਪਤੀਲਾ ਲੈ ਕੇ ਤੇ ਬੁੜੀ ਦੇ ਪਿਛਲੇ ਪਾਸੋਂ ਇੰਜ ਮਾਰਿਆ ਨਾ ਉਹਨੇ ਮੋਰਾਂ 'ਚ, ਬੁੜੀ ਚਕੰਨੀ ਹੋ ਗਈ। ਉਹ ਕੱਟੇ ਦਾ ਝਟਕਾ ਲੱਗਾ ਨਾ ਪਤੀਲੇ ਸਮੈਤ, ਜਦੋਂ ਉਹਨੇ ਪਿੱਛੇ ਮਾੜੀ ਜਿਹੀ ਕਾਣੀ ਆ ਕਰਕੇ ਵੇਖਿਆ ਨਾ, ਉਹ ਕੱਟਾ ਵੀ ਕਾਲਾ, ਪਤੀਲਾ ਵੀ ਕਾਲਾ। ਉਹਨੇ ਐਡੀ ਲੰਮੀ ਕਾਲੀ ਕਿਹੜੀ ਸ਼ੈ ਆ ਗਈ ਹੈ, ਅਤੇ ਸੋਚ ਕੇ ਪਤਾ ਕੀ ਆਂਦੀ ਇਜ਼ਰਾਈਲਾ ਕਮਲਾ ਹੋਇਆ, ਬਿਮਾਰ ਤਾਂ ਅੰਦਰ ਪਿਆ ਹੈ। ਉਹ ਸਾਥ innal hamdalillahi hamdan kasiran hamdan kasiran tayyiban mubarakan fihi ya Rabbi lakal hamd kama yambaghi li jalali wajhika li jalali wajhika wa azimi sultanik amma ba'du fa a'udzu billahi
من الشيطان الرجيم بسم الله الرحمن الرحيم فمن كان يرجو لقاء ربه فليعمل عملا صالحا تمام قسم دی حمد و ثنا کہ بریائی دے پاک مطہر معلّہ کلمے اللہ ملک العلام واسطے نے جو پوری کائنات دا خالق و مالک یدبر الامر علی کل شیء قدیر فعال لما یرید یفعل ما یشاء انگن لا تعداد بے شمار درود السلام آقائے دو جہاں حبیب کبریہ والی بطحا سید الاولین والآخرین احمد مجتبی محمد مصطفیٰ صلی اللہ علیہ وسلم آپ کی ذات بابرکات انتہائی محترم بھائیوں دوستوں بزرگوں عزت و احترام دلائی معززات واجب الاحترام واجب التعظیم ماؤں بہنوں بیٹیوں اللہ مالک العلام دی مقدس معلّہ اعلیٰ و عرفہ کتاب دا ایک مقام ہے رب ارض و سما کلو دعا ہے اللہ میں گناہگار نو دا مفہوم بیان کرن دی توفیق عطا فرمائے رب ارض و سما سنن سنان تو بعد میرے سمیت جتنے دوستو احباب محبت عقیدت مودت چاہت پیار الفت انس دنال تشریف لے کے آئے ہو اللہ سب نو عمل دی توفیق عطا فرما دے ماشاءاللہ میرے تو قبل تو صحباب مقرر شریف بیاں واضح خوش الحان حضرت مولانا عثمان شاکر صاحب دا بڑا ولولہ انگیز کتاب سماعت کیتا ہے اور اس تو بعد یا عمیر صاحب کو حمد و نعت سماعت کی تھی اور ویس ساجد صاحب ماشاءاللہ بڑا جاندار خطاب سنیا اور انشاءاللہ الرحمن میرے تو متصل بات شیر پنجاب شیر پاکستان مقرر شیری بیاں واضح خوش الحان میرے بڑے بھائی برادر حضرت مولانا منظور احمد صاحب اللہ انہوں نے صحت نال ایمان نال لمبی زندگی عطا فرمائے انہوں دا انشاءاللہ جاندار تے شاندار خطاب ہونے والا ہے اور میں دو چار گزارشات کرانگا جس طرح تو انہوں پتہ آج دی کانفرنس میرے برادر میرے بھائی کاری حضرت مولانا ظفر صاحب اور سالانہ انہوں دی کانفرنس ہے اور ہر سال بڑے ہی اہتمام دے نال اور بڑی ہی مینجمنٹ دے نال ماشاءاللہ کر دینے اللہ انہوں دی نیکی قبول فرمائے اور اللہ اس مدرسے نو دن دگنی رات چگنیاں ترقیاں عطا فرمائے اللہ حضرت قاری صاحب کو بہتا دین دا کام لے لے بلکہ دعا کرو کہ اللہ سانو سارے نو اپنے دین دی قبول فرما لے اللہ سب کو دین دی خدمت لے لے اور اللہ سانو اپنے دین دے ذمے لگا لے بات ہے کہ جڑی میں قرآن دی آیت پڑھی ہے نا اللہ نے کہ تواڈے جو جڑا بندہ مینوں ملنا چاہتا ہے نا وہ آندا کہ میں اللہ نو ملنا ہے جس رب نے ایڈی وڈی دنیا بنائی ہے
ਜਿਹੜਾ ਬੰਦੇ ਦੀ ਖਹਿਸ਼ ਹੈ ਕਿ ਮੈਂ ਆਪਣਾ ਰੱਬ ਵੇਖਣਾ ਹੈ کہ میرا رب کڈا سونا ہوئے گا، جن نے ایڈی دنیا سونی بنائی ہے، جن نے اس کائنات کو تخلیق کیتا ہے، کائنات دے کتنے مناظر بنائے نے، کائنات دے اندر انسان کیا عورت کیا ود سود نقشے کٹے نے، تو جس اللہ نے مخلوق ایڈی سونی بنائی ہے وہ خالق کڈا سونا ہوئے گا۔ تو جڑے بندے دی اے خواہش ہے کہ میں اپنے رب نو ویکھنا ہے، اللہ دا جے سانو ملنا ہی نا تو پھر کام ذرا چنگے کر کے آویں، عملاً صالحا، اللہ دا جے ساڈی زیارت کرنی ہو نا تو اسی تے انہاں نو زیارت کراواں گے جنہاں دے کام چنگے نے، عمل سونے نے، ورنہ جڑے اپنی مرضی دیاں زندگیاں گزارن والے نے، اللہ دا لا یکلمہم اللہ، اسی تو اندر کلام بھی نہیں کرنی، ولا ینظر الیہم، اسی نظر رحمت نال بھی نہیں ویکھنا۔ اللہ فرماندے نے ولا یزکیہم، انہوں اسی پاک بھی نہیں کرنا۔ اللہ دا جے تے انہاں ساریاں چیزاں تو پاک ہو کے آئیں گا تو پھر اللہ دی زیارت ضرور ہوئے گی۔ تو جس طرح دا ساڈا ماحول ہے نا، اسی جس طرح دی زندگی گزار رہے ہیں، تو میرے بھائیو غصہ نہ کریا جے، لگدا بھی اسی رب دی ملاقات چاہندے کوئی نہیں۔ جس طرح دا ساڈا کردار اور کریکٹر ہے، اللہ دے نبی دی حدیث ہے صحیح بخاری دی، وعن عمر قال قال رسول اللہ صلی اللہ علیہ وسلم انما الناس كالإبل المئة لا تقاد تجد فيها راحلا۔ نبی پاک کہتے ہیں جدو فتنے شر دا دور ہونا تو بندے تو وادھو ہون گے، جویں کوئی اٹھاں دا ایڑ ہوئے، نبی پاک مثال تاں دیندے سی گل سمجھ آ جاندی سی، تے نبی پاک نے مثال دیتی کہ جویں 100 اٹھاں دا ایڑ ہوئے تو ایک بھی سواری جوگا نہ ہوئے۔ ہن ماشاءاللہ مسلمان کنے بیٹھے ہیں، تسی بڑی محبت نال تشریف لے کے آئے جے، تے جے تم نمازاں دے ٹائم مسیتے آئیے، کئی مسیتاں یہ جیاں ہوندیاں نے مولوی ویہندا کوئی بندہ آوے نماز ہی کرا لئیے، یہ ساڈا حال ہوئے تے پھر آکھیے رب نو ویکھنا ہے، رب آندا مڑ تیرے رنگیاں نو اسی نہیں ویندے، جس طرح دا تیرا معاملہ ہے، جس طرح دا تیرا کریکٹر ہے، تیرا کردار ہے۔ حجرے دے ایک مولانا صاحب سی تو روز جہنم تے درس دیندے تے بندے آندے مولوی صاحب واہ بھائی دن ہو گئے جہنم ہی سنا دے جے، تے کدی کوئی جنت دی گل بھی کریا کرو، کوئی جنت بھی سنایا کرو۔ وہ دا کہ شکلاں جنت تے جاون والیاں او صاحب بھی میرے بھا جی جڑے کام آپاں کرنے پے ہیں اللہ دی ملاقات کرنے والے نہیں دے، تو دعا کرو اللہ سانو انج دے کام کرن دی توفیق دے کہ اللہ دی زیارت سانو نصیب ہو جائے، اللہ دے نال ملاقات ہو جائے۔ تاں اللہ نے فرمایا ذرا غور فرماؤ، اور رب کائنات اپنے قرآن دے اندر اعلان فرما رہے ہیں، عرش والا مالک رحمان اعلان فرما رہے ہیں، اللہ فرما دے نے فمن کان یرجو لقاء ربہ فلیعمل عملا صالحا۔ فرماندے نے جے ساڈی ملاقات دا شوق رکھنا ہے، جے ساڈی ملاقات دا ذوق رکھنا ہے، جے ساڈی ملاقات دا اشتیاق پیا رکھنا ہے، فلیعمل عملا صالحا۔ اللہ دا زندگی بڑی مختصر ہے، پیریڈ بڑا مختصر ہے، اللہ دا رب کائنات دے قرآن نے دسے آئے، عرش والے مالک رحمان نے دسے آئے۔ اللہ فرماندے نے الذی خلق الموت والحیات لیبلوکم ایکم احسن عملا۔ اللہ فرماتا ہے زندگی تے موت دا تھوڑا جڑا سلسلہ رکھیا 60-17 سالاں دا، اللہ دا میں ویکھنا چاہنا وا تواڈے چوں چنگے عمل کر کے کون آوندا ہے، میری ملاقات دا شوق لے کے کون آوندا ہے، میری ملاقات دا ذوق لے کے کون آوندا ہے، مینوں ویکھن واسطے محنت کر کے کون آوندا ہے۔ اور رب کائنات دے قرآن نے دسیا ہی، عرش والے رحمان نے دسیا ہے۔ اللہ فرماتا ہے انج دے لوکاں دی اسی قدر کرنے ہاں، ان الذین آمنوا وعملوا الصالحات اولئک ہم خیر البریہ۔ اللہ فرماتے ہیں جڑے چنگے تے
جڑے سونے عمل کرتے ہیں اسی انہاں دے بڑے قدردان ساڈے کاغذاں تے بہتر انسان ہونے ساڈے کاغذاں تے اعلیٰ انسان ہونے ساڈے کاغذاں تے افضل انسان ہونے ساڈے کاغذاں تے مقام تے شرف تے فضل تے منقبت والے بندے ہونے اولئک ہم خیر البریہ تے گل بندی چنگے عملہ نال سونے عملہ نال دعا کرو اللہ میرے بھراواں نوں توفیق دے جڑے عید نوں مسیتے آندے نے اللہ انہاں نوں روز لے آوے اڑے روزیاں نوں آندے نے اللہ انہاں نوں چھتی چھتی لے آوے اڑے کدی کدی مسیتے قرآن دی قسم دین آندے نے اللہ انہاں نوں قسم یہ جی دے چھتی آ جان دعا کرو کدی بیچارے جڑے جنازے نال وضو کردے نے اللہ انہاں نوں 5 ٹائم دا وضو نصیب فرما پھر جا کے کوئی اللہ دی ملاقات ہوئے گی میں 2-4 حدیثاں سناواں گا تے ذرا توجہ کرو انج دے کام ہوئے نا تے پھر جا کے اللہ دی ملاقات ہوئے گی ذرا توجہ کرو امام کائنات طبیب کبریا محمد رسول اللہ آج صلی اللہ علیہ وسلم نے دسے آویں سرکار مدینہ نے دسے آویں آمینہ دلال نے دسے آویں نبی پاک دی حدیث صحیح مسلم دے اندر ابو داؤد دے اندر ترمذی دے اندر صحیح مسلم دے اندر وَأَنَ أَبِي هريرة قال قال رسول الله صلی اللہ علیہ وسلم حضرت ابو ہریرہ نے سرکار مدینہ نے فرمایا ہے تیرے تے میرے محبوب پیغمبر نے فرمایا ہے آمنہ دلال نے فرمایا آویک جے رب دی ملاقات چاہنا ہے اللہ نو ملنا چاہنا ہے کو انج دا جوڑ جوڑ نبی پاک آدھے نے لا تدخل الجنہ حتی تؤمنوا ولا تؤمنوا حتی تحابوا نبی پاک نے انی دیر تک تسی جنت سے جا نہیں سکتے انی دیر تک جنت دا ٹکٹ نہیں مل سکتا جنی دیر تک تسی مومن نہیں بن جاندے اور انی دیر تک تسی مومن نہیں انی دیر تک ایمان دی لذت نہیں چکھ لیندے جنی دیر تک آپس سے محبت کرن نہیں لگ جاندے آپس سے بغض ختم نہیں کر دیندے آپس دیاں قدورتاں ختم نہیں کر دیندے آپس دیاں لڑائیاں تے جھگڑے تے حسد تے جناب تے ساریاں چیزاں ختم نہیں کر دیندے اور سرکار مدینہ دینی افلا ادلکم نبی پاک فرماتے نے الا امر اللہ دے نبی آدھر میں تانوں انج دا کم دس دینا وا کو انج دی گل رلا دینا وا نبی پاک آدھر نے تسی آپس سے محبت کرو گے پیار کرو گے عقیدت کرو گے اب کسی واہ نا 20 سال پہلاں دی چلو گل کر لو لوکاں چ بڑی محبت ہونی بڑا پیار ہونا پنڈ دے اندر ایک دوجے نوں احساس کوئی بیمار ہوندا سی ہر بندہ پوچھਣ والا ہوندا سی کوئی مسیتے بندہ بیمار ہونا سارے پوچھنا محبتاں ہوندیاں سی نا تے ہن یہ حال ہے مسجد دا کوئی بندہ 8 دن نہ ہوئے کسی نہیں پوچھنا بھی وہ یار ایڈا نمازی کتنے گیا ہے ہن یہ محبت پتہ ہی نہیں تے جے بیچارہ کتے 8ویں دن آ جائے نا وہ تو مسیتے نہیں آਉਂدا رہا کتنے گیا سی یار میں بیمار سا تے میں ہسپتال داخل رہا تائیوں پھر آਉਂدا نہیں رہا پھر بھی انہوں نے پوچھا بھی یار تیرا ہن کی حال ہے پھر بھی اچھا تاں ہی نہیں پھر تو مسیتے آਉਂدا رہا ایڈے خوشکیاں دے مارے لوگ نے کم از کم کچھ تے اپنے اندر کوئی نرمی پیدا کرو ان جاندے نے جنت دی اگلی کرسی تے بہنا بھائی رب سارے بہا دے سانوں کی ہے اہیں تے بہا دیاں گے اللہ رب العزت سارے نوں بہا دے لیکن کچھ محبت تے پیدا کرو اور ایتھے لوگ آندے نے کہ میں اللہ دی ملاقات کرنی ہے اللہ نوں میں ملنا چاہنا اور رب نو ملن تو پہلا کسے مسلمان نو مل کسے غریب نو مل کسے یتیم نو مل کسے مسکین نو مل کسے ضرورت مند نو مل کسے بیوہ نو مل کسے جناب مریض نو مل کسے نے جنہوں ملاقات کرا پاندہ تو انہاں نو ملی میں تینوں مل پاؤں گا اللہ دا کسے غریب نو مل میں تیری ملاقات کراں گا کسے مسکین نو مل میں تیری ملاقات کراں گا اور کسے رسے نو مرا میں تیری ملاقات کراں گا اور کسے نال تیرا بغض ختم کر میں تیری ملاقات کراں گا اللہ دا انج دے لوگ ساڈی ملاقات دا ذریعہ بن گیا اتنے تو بھاجی ایک دوجے دے رسے وٹی پھر دے جڑا ساڈا ماحول ہے کوئی بندہ کسی نال چج نال مسجد دے نمازی ایک دوجے نوں گھور گھور ویندے نے
ਸਹੀ ਤਰ੍ਹਾਂ ਇਹ ਵੀ ਨਹੀਂ ਬਹਿੰਦੇ ਜੀ। ਸਲਾਮ ਫਿਰਦਾ ਨਾ, ਹਾਲਾਂਕਿ ਇਹ ਦੀਨ ਦੇ ਕਰੀਬ ਲੋਕ ਨੇ, ਦੀਨ ਦੇ ਕਰੀਬ ਲੋਕ ਨੇ। ਤੇ ਦੂਜਾ ਬਾਹਰ ਵਾਲਿਆਂ ਦੀ ਤਾਂ ਗੱਲ ਹੀ ਛੱਡੋ, ਉਹਨਾਂ ਨੂੰ ਤਾਂ ਕਿਤੇ ਸੁਲ੍ਹਾ ਵੀ ਕਰਾਵੋ ਨਾ ਧੱਕੇ ਨਾਲ ਵੀ, ਆ ਯਾਰ ਅੱਲਾ ਦੇ ਬੰਦਿਆ, ਰੱਬ ਨੂੰ ਕੋ ਨਹੀਂ ਮਿਲਣਾ ਹੀ, ਇਹ ਬੜਾ ਵੱਡਾ ਗੁਨਾਹ ਹੀ ਜਿਹੜਾ ਤੂੰ ਪੇ ਕਰਨਾ, ਇਹਦੇ ਨਾਲ ਸੁਲ੍ਹਾ ਕਰ। ਜੇ 5-4 ਜਣੇ ਅਸੀਂ ਲੈ ਜਾਈਏ ਨਾ ਤੂੰ ਰਾਹ 'ਚ ਅੜਕ ਵੇੜ ਕੇ ਤੇ ਰਖੜ ਹੋ ਜਾਏਗਾ। ਉਹਨਾਂ ਹੁਣ ਹੋਇਆ ਕੀ ਇਹ, ਅੱਲਾ ਦੇ ਬੰਦਾ ਜੰਨਤ ਲੱਭਣੀ ਸਿੱਧੀ, ਜੰਨਤ ਜਾਏਗਾ, ਚੱਲ ਆ ਨਾ। ਕਹਿੰਦਾ ਨਹੀਂ ਨਹੀਂ ਮੌਲਵੀ ਜੀ ਮੈਂ ਤਾਂ ਜਾਣਾ ਨਹੀਂ ਸੀ, ਹੁਣ ਤੁਸੀਂ ਮਜ਼ਜ਼ ਬੰਦੇ ਜੇ ਫਿਰ ਤਾਂ ਤੁਹਾਡੀ ਗੱਲ ਮੰਨ ਲਈ ਮੈਂ। ਤੇ ਹੁਣ ਇੱਕ ਗੱਲ ਜੇ, ਮੈਂ ਤੁਹਾਡੇ ਨਾਲ ਜਾਵਾਂਗਾ ਜ਼ਰੂਰ, ਪਰ ਉਹਦੇ ਨਾਲ ਸਲਾਮ ਨਹੀਂ ਲੈਣਾ। ਮੈਂ ਉਹ ਹਕੀਮ ਹੈ ਤੇਰੀ ਨਬਜ਼ ਵਿਖਾਉਣ ਚੱਲੇ ਆ ਵੀ ਚੈੱਕ ਕਰ ਇਹਨੂੰ ਹੈਪਾਟਾਈਟਸ ਹੈ ਕਿ ਨਹੀਂ, ਇਹਦਾ ਕ੍ਰੇਟੀਨਾਈਨ ਵਧਿਆ ਤਾਂ ਨਹੀਂ ਕਿਤੇ, ਇਹਦਾ ਮਾਈਂਡ ਸੈੱਟ ਚੱਡ ਕਰ ਜਰਾ ਵੀ ਤੈਨੂੰ ਉਹਦੇ ਨਾਲ। ਖੁਦਾ ਕੇ ਬੰਦੋ ਆਓ ਘਰਾਂ ਦੇ ਅੰਦਰ, ਘਰਾਂ ਦਾ ਮਾਹੌਲ ਦੇਖੋ। ਮੀਆਂ ਬੀਵੀ ਤੋਂ ਕਲੋਜ਼ ਕੋਈ ਰਿਸ਼ਤਾ ਹੁੰਦਾ? ਮੀਆਂ ਬੀਵੀ ਤੋਂ ਕਲੋਜ਼, ਸਭ ਤੋਂ ਕਲੋਜ਼ ਰਿਸ਼ਤਾ ਅੱਲਾ ਨੇ ਰੱਖਿਆ। ਇੱਕ ਦੂਸਰੇ ਦਾ ਲਿਬਾਸ ਨੇ, ਇਹ ਕਾਹਦਾ ਲਿਬਾਸ, ਇੱਕ ਦੂਜੇ ਦੇ ਕੱਪੜੇ ਲਾਉਣ ਨੂੰ ਫਿਰਦੇ ਨੇ। ਬੁੜੀ ਬੰਦੇ ਦੇ ਬੰਦਾ ਬੁੜੀ ਨੂੰ ਕੱਪੜੇ ਲਾਉਣ ਤੋਂ ਮੁਰਾਦ ਕੀ, ਉਹਨੂੰ ਬੇਇੱਜ਼ਤ ਕਰਦੀ, ਉਹਨੂੰ ਬੇਇੱਜ਼ਤ ਕਰਦੀ। ਯਾਨੀ ਇੱਕ ਘਰ ਦਾ ਮਾਹੌਲ ਹੀ ਨਹੀਂ। ਐਡੇ ਐਡੇ ਬੱਚੇ ਹੋ ਗਏ ਨੇ, ਉਹ ਜਦੋਂ ਘਰ ਆਉਂਦੇ ਨੇ ਜਵਾਨ ਮੁੰਡੇ ਨੇ, ਐਡਾ ਅੰਮੀ ਦਾ ਮੂੰਹ ਹੁੰਦਾ ਤਾਂ ਐਡਾ ਹੀ ਅੱਬੂ ਦਾ ਹੁੰਦਾ। ਉਹ ਵਿਚਾਰੇ ਡਾ ਕੇ ਟੈਨਸ਼ਨ ਲੈਂਦੇ ਨੇ ਵੀ ਇਹਨਾਂ ਨੂੰ ਹੋਇਆ ਕੀ ਹੈ, ਇਹਨਾਂ ਨੂੰ ਕਸਰ ਕੀ ਹੈ ਖਰੇ। ਮੈਂ ਇਹਨਾਂ ਨੂੰ ਕਿਸੇ ਹਕੀਮ ਨੂੰ ਚੈੱਕ ਕਰਾਓ ਫਿਰ, ਇਹਨਾਂ ਨੂੰ ਕੀ ਰੋਲ ਹੈ। ਕਮ ਸੇ ਕਮ ਇਹਨਾਂ ਨੂੰ ਕੋਈ ਮਾਹੌਲ ਤਾਂ ਸਹੀ। ਉਹ ਬੱਚੇ ਟੈਨਸ਼ਨ ਲੈ ਲੈ ਜਵਾਨ ਹੁੰਦੇ ਨੇ। ਕੈਸੀ ਜ਼ਿੰਦਗੀ ਹੈ ਯਾਰ। ਉਹ ਥੋੜ੍ਹੀ ਜਿਹੀ ਰੱਬ ਨੇ ਜ਼ਿੰਦਗੀ ਕੀਤੀ, ਐਵੇਂ ਹੀ ਹੁਸੜੇ ਮਰ ਜਾਇਆ ਜੇ, ਕਿਵੇਂ ਹੀ ਕਬਰਾਂ 'ਚ ਵੜ ਜਾਇਆ ਜੀ। ਇਹ ਕੈਸੀ ਜ਼ਿੰਦਗੀ। ਭਾਈ ਆਪਣੇ ਅੰਦਰ ਮੁਹੱਬਤ ਪੈਦਾ ਕਰ। ਤੇ ਮੈਂ ਤਾਂ ਨਾ ਵੀ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਨਾ, ਆਮ ਬੰਦਾ ਨੇੜੇ ਹੋਵੇ ਨਾ ਤਾਂ ਫਿਰ ਬੜੀਆਂ ਤਾਰੀਫਾਂ ਕਰਦੀਆਂ ਨੇ। ਫਿਰ ਬੰਦੇ ਤੋਂ ਸਦਕੇ ਵਾਰੀ ਐਵੇਂ ਹੀ ਜਾਈ ਜਾਂਦੀਆਂ ਨੇ। ਬੰਦਾ ਆਉਂਦਾ ਫਿਰ ਵਾਕਈ ਮੇਰੇ ਤੋਂ ਕੁਰਬਾਨ ਹੋਣ ਲੱਗੀ ਹੈ। ਤੇ ਬਸ ਉਹ ਉਤਨੀਆਂ ਹੀ ਗੱਲਾਂ ਸੁਣਿਆ ਕਰੋ। ਮੈਂ ਕਈ ਵਾਰੀ ਆਉਣਾ ਨਾ ਕਿ ਬੰਦਾ ਬਿਮਾਰ ਪਿਆ ਹੋਵੇ ਨਾ ਤਾਂ ਲੱਗੀ ਜਾਏਗੀ, ਹਾਂ ਤੂੰ ਬਿਮਾਰ ਨਾ ਹੁੰਦਾ ਮੈਂ ਹੋ ਜਾਂਦੀ। ਇਹ ਬੁਖਾਰ ਤੈਨੂੰ ਨਾ ਚੜ੍ਹਦਾ, ਵੱਡੀ ਬਿਮਾਰੀ ਲੱਗ ਗਈ ਤੈਨੂੰ, ਮੈਨੂੰ ਲੱਗ ਜਾਂਦੀ, ਤੈਨੂੰ ਕਾਹਤੋਂ ਲੱਗੀ। ਉਹ ਬੰਦਾ ਆਉਂਦਾ ਵੀ ਇਹ ਜੀ ਬੁੜੀ ਤਾਂ ਕਿਸਮਤ ਵਾਲਿਆਂ ਨੂੰ ਲੱਭਦੀ, ਮੈਂ ਤਾਂ ਜਨਤੀ ਹਾਂ ਜਿਹਨੂੰ ਆਹ ਬੁੜੀ ਲੱਭੀ, ਜਿਹੜੀ ਮੇਰੇ ਉੱਤੇ ਸਦਕੇ ਵਾਰੀ ਜਾਂਦੀ ਹੈ, ਕਦੀ ਇੱਥੇ ਨੇੜੇ ਆਉਂਦੀ ਹੈ ਵੀ ਤੂੰ ਨਾ ਬਿਮਾਰ ਹੁੰਦਾ ਮੈਂ ਹੋ ਜਾਂਦਾ। ਉਹ ਬੁੜੀ ਕੋਈ ਇੱਦਾਂ ਦੀ ਸੀ ਨਾ, ਤੂੰ ਪਿੰਡ ਥਾਂ 'ਚ ਕਿਤੇ ਵਿਚਾਰੀ ਸਦਕੇ ਵਾਰੀ ਜਾਵੇ ਤੇ ਉਹ ਨਲਕਾ, ਉਦੋਂ ਨਲਕੇ ਹੁੰਦੇ ਸੀ ਭਲੇ ਸਮੇਂ ਤੋਂ, ਭਾਂਡੇ ਧੋਣ ਬਹਿ ਗਈ ਤੇ ਉਹ ਕਿਤੇ ਉਹਨਾਂ ਦਾ ਜਿਹੜਾ ਮੱਝਾਂ ਵਾਸਤੇ ਵੰਡ ਪਿਆ ਸੀ, ਉਹਨੂੰ ਕੱਟਾ ਛੁੱਟ ਗਿਆ, ਉਹ ਵੜ ਗਿਆ ਉਹ ਪਤੀਲੇ ਨੂੰ, ਮੂੰਹ ਲਾਇਆ ਤਾਂ ਉਹਦਾ ਵਿਚਾਰੇ ਤੇ ਕੱਟੇ ਦਾ ਜਿੱਡਾ ਸਿਰ ਸੀ ਪਤੀਲੇ 'ਚ ਹੀ ਫਸ ਗਿਆ। ਹੁਣ ਕੱਟੇ ਨੇ ਜਦੋਂ ਮੂੰਹ ਚੁੱਕਿਆ ਪਤੀਲਾ ਤਾਂ ਹੀ ਚੁੱਕਿਆ ਗਿਆ। ਹੁਣ ਕੱਟੇ ਨੂੰ ਕਿੱਥੋਂ ਦਿਸੇ ਅੰਨ੍ਹਿਆ ਤਰ੍ਹਾਂ ਇਹਨੂੰ ਲਗਾ ਜਾਵੇ, ਇਹਨੂੰ ਲਗਾ ਜਾਵੇ। ਉਹ ਕਰਤਾ ਕੋਈ ਕਿਸਮਤ ਮਾੜੀ ਉਵੇਂ ਹੀ ਨਾ, ਉਹ ਪਤੀਲਾ ਲੈ ਕੇ ਤੇ ਬੁੜੀ ਦੇ ਪਿਛਲੇ ਪਾਸੋਂ ਇੰਜ ਮਾਰਿਆ ਨਾ ਉਹਨੇ ਮੋਰਾਂ 'ਚ, ਬੁੜੀ ਚਕੰਨੀ ਹੋ ਗਈ। ਉਹ ਕੱਟੇ ਦਾ ਝਟਕਾ ਲੱਗਾ ਨਾ ਪਤੀਲੇ ਸਮੈਤ। ਜਦੋਂ ਉਹਨੇ ਪਿੱਛੇ ਮਾੜੀ ਜਿਹੀ ਕਾਣੀ ਆ ਕਰਕੇ ਵੇਖਿਆ ਨਾ, ਉਹ ਕੱਟਾ ਵੀ ਕਾਲਾ, ਪਤੀਲਾ ਵੀ ਕਾਲਾ। ਉਹਨੇ ਐਡੀ ਲੰਮੀ ਕਾਲੀ ਕਿਹੜੀ ਸ਼ੈ ਆ ਗਈ ਹੈ। ਤੇ ਸੋਚ ਕੇ ਪਤਾ ਕੀ ਆਂਦੀ ਇਜ਼ਰਾਈਲਾ ਕਮਲਾ ਹੋਇਆ, ਬਿਮਾਰ ਤਾਂ ਅੰਦਰ ਪਿਆ ਹੈ। ਉਹ ਸਾਥ ਇੰਜ ਦੀ ਵੀ ਮੁਹੱਬਤ ਨਹੀਂ ਹੋਣੀ ਚਾਹੀਦੀ। ਮੁਹੱਬਤ ਵੀ ਕੋਈ ਦਿਲੋਂ ਕਰਿਆ ਕਰੋ ਨਾ। ਔਰ ਇਮਾਮ ਕਾਇਨਾਤ मोहम्मद रसूलुल्लाह, इमाम कायनात हबीब किबरिया मोहम्मद रसूलुल्लाह सल्लल्लाहु अलैहि वसल्लम ने फरमाया, सरकार मदीना ने फरमाया, नबी पाक आंदे ने अफला अदुल्लुकुम अला अमरिन। नबी पाक ने मैं तुहानू इंज दा काम दस देना वा जिहड़ा जन्नत च भी लै जाएगा, अल्लाह दी मुलाकात दा भी सबब बन जाएगा। अल्लाह नाल मुलाकात भी कर लोगे मेरे वीरो। करतूतां छड्डणियां पैणगियां जे अल्लाह दी मुलाकात चाहते हो, इंज दियां हरकतां छड्डणियां पैणगियां जे अल्लाह दी मुलाकात चाहते हो। आ पाक पैगंबर मुहम्मद रसूलुल्लाह सल्लल्लाहु अलैहि वसल्लम ने नुस्खा बड़ा आसान दसिया है। आ सरकार मदीना दे ने अफशुस बैनकुम। नबी पाक ने आपस के अंदर सलाम नु आम करे। आजे घर जावे ते अस्सलाम वालेकुम, घरों निकले ते अस्सलाम वालेकुम, मस्जिद जाए ते अस्सलाम वालेकुम, मस्जिद तो आए ते अस्सलाम वालेकुम, दुकान ते जाए अस्सलाम वालेकुम, बाहर निकले अस्सलाम वालेकुम। इमाम कायनात ने सलाम ऐसी चीज है जिहदे नाल दिल बड़े नरम हुंदे ने ते मुहब्बतां आम हो जांदियां ने, प्यार आम हो जाता है। ऐसा नुस्खा है आप पाक पैगंबर मुहम्मद रसूलुल्लाह
ਲੈ ਭਾਈ ਇੰਨੀਆਂ ਜ਼ਿੰਦਗੀਆਂ ਹੋ ਗਈਆਂ ਨੇ, ਅਜੇ ਵੀ ਕਈ ਬੰਦੇ ਆਕੜ 'ਚ ਰਹਿੰਦੇ ਨੇ ਵੀ ਘਰ ਜਾ ਕੇ ਮੈਂ ਹੁਣ ਸਲਾਮ ਆਖਾਂ। ਬੜੇ ਇਸ ਗੱਲੋਂ ਨਹੀਂ ਆਉਂਦੇ ਜੀ, ਮੈਨੂੰ ਝੱਕਦੇ ਨੇ ਵੀ ਮੈਂ ਸਲਾਮ ਆਖਿਆ, ਬੁੜੀ ਆਖਿਆ ਨਾ ਵੇਖਿਆ ਹੀ ਹੁਣ ਸਲਾਮ ਬੜੇ ਆਂਦਾ, ਇਸ ਗੱਲੋਂ ਹੀ ਉਹਨੇ ਸਲਾਮ ਆਖਿਆ। ਹਾਲਾਂਕਿ ਸਲਾਮ ਬੜੀ ਵੱਡੀ ਦੁਆ ਹੈ ਯਾਰ। ਜਦੋਂ ਤੁਸੀਂ ਘਰ ਵੜੋਗੇ ਅਸਲਾਮੁ ਅਲੈਕੁਮ, ਤੁਸੀਂ ਇਹ ਸੋਚ ਨਹੀਂ ਸਕਦੇ ਕਿ अस्सलामु अलैकुम वरहमतुल्लाहि वबरकातुहू बहुत बड़ी दुआ है, छोटी जी दुआ नहीं है। ਤੁਹਾਡੇ ਤੇ ਸਲਾਮਤੀ ਹੋਵੇ, ਅੱਲਾ ਦੀ ਰਹਿਮਤ ਹੋਵੇ, ਅੱਲਾ ਦੀਆਂ ਬਰਕਤਾਂ ਹੋਣ, ਛੋਟੀ ਦੁਆ ਹੈ। ਇੰਜ ਦੀ ਦੁਆ ਦਾ ਮੌਲਵੀ ਵੀ ਨਹੀਂ ਕਰਦੇ ਜਿਹੜੇ ਇੱਕ ਜੁਮਲੇ ਦੇ ਅੰਦਰ ਦੁਆ ਬੰਦ ਹੈ अस्सलामु अलैकुम वरहमतुल्लाहि वबरकातुहू। ਸ਼ੇਰੇ ਪੰਜਾਬ ਸਾਹਿਬ ਨੂੰ ਅੱਲਾ ਨੇ ਬੜੀ ਵਾਰੀ ਜ਼ਿਆਰਤ ਕਰਾਈ, ਦੁਆ ਕਰੋ ਅੱਲਾ ਆਪਾਂ ਨੂੰ ਵੀ ਸਾਰਿਆਂ ਨੂੰ ਲੈ ਜਾਏ ਮਦੀਨੇ। ਤੇ ਮੈਂ ਸ਼ਾਇਦ ਕਦੀ ਗੱਲ ਸ਼ੇਅਰ ਕੀਤੀ, ਮੈਂ ਗਿਆ ਨਾ ਜਦੋਂ 2018 'ਚ, ਮੇਰੇ ਬੱਚੇ ਵੀ ਨਾਲ ਗਏ ਤੇ ਨਾ ਉਹ ਮੈਨੂੰ ਕਹਿਣ ਪਤਾ ਨਹੀਂ ਉਹ ਕੀ ਐਡਾ ਕੋ ਲੈਣਾ ਹੈ, ਤਾਂ ਮੈਨੂੰ ਪਤਾ ਨਹੀਂ ਸੀ ਘਰੇ ਮਾਰਕੀਟ ਕਿੱਥੇ। ਉਹ ਇੱਕ ਬੰਦੇ ਨੇ ਮੈਂ ਪੁੱਛਿਆ ਤਾਂ ਨਾ ਜੀ ਇਹ ਵੱਖਰੀ ਕੋ ਮਾਰਕੀਟ ਹੈ, ਉੱਥੋਂ ਮਿਲੇਗੀ। ਅਸੀਂ ਗਏ, ਉੱਥੇ ਕਰ ਵੀ ਬੈਠਾ ਸੀ ਤੇ ਮੈਂ ਤੇ ਕਾਦਤਨ ਇੱਕ ਮਤਲਬ ਕੋਈ ਸੁਨਨਤ ਸੀ ਨਾ, ਤੇ ਮੈਂ ਜਾ ਕੇ ਉਹਨੂੰ ਆਖਿਆ अस्सलामु अलैकुम वरहमतुल्लाहि वबरकातुहू। ਉਹ ਆਂਦਾ ਵਾਲੇਕੁਮ ਅਸਲਾਮ ਵਰਹਮਤ। ਮੈਂ ਉਹਨੂੰ ਜਦੋਂ ਕਿਹਾ ਵੀ ਆ ਭਾਈ ਸਾਨੂੰ ਸ਼ਾਇਦ ਚਾਹੀਦੀ, ਉਹਨੇ ਪੈਸੇ ਦੱਸੇ। ਤੁਹਾਨੂੰ ਪਤਾ ਅਸੀਂ ਫਿਰ ਮਾਤੜ ਪਾਕਿਸਤਾਨੀ ਉੱਥੇ ਹਿਸਾਬ ਲਾਉਂਦੇ, ਪਾਕਿਸਤਾਨ ਦੇ ਕਿੰਨੇ ਬਣ ਗਏ ਨੇ। ਉਹ ਜਦੋਂ ਬੰਦਾ ਸੋਚਦਾ ਕੰਮ ਮਾਰ ਤੁਹਾਡੇ ਤਾਂ ਕੰਮ ਭਾਰਾ ਹੀ ਲੱਗਦਾ। ਮੈਂ ਭਾਅ ਜੀ ਇਹ ਸਾਡੇ ਤੋਂ ਕੰਮ ਭਾਰਾ ਜੀ, ਇਹ ਜਿਹੜਾ ਤੁਸੀਂ ਸੌਦਾ ਦੱਸਿਆ ਨਾ ਇਹਦਾ ਬੜੀ ਅਮਾਊਂਟ, ਮੈਂ ਇੰਨੇ 'ਚ ਤਾਂ ਅੱਧਾ ਉਮਰਾ ਹੋ ਜਾਂਦਾ ਜਿੰਨੇ ਤੂੰ ਮੰਗੀ ਜਾਂਦਾ। ਉਹ ਮੈਂ ਉਹਨੂੰ ਵੈਸੇ ਕਿਹਾ ਕਿ ਮੈਂ ਥੋੜ੍ਹੀ ਜਿਹੀ ਲੈਸ ਕਰੋ ਨਾ, ਰਹਿਤ ਕਰੋ। ਤੇ ਉਹ ਵੇਖੋ ਨਾ ਅਰਬੀ ਲੋਕ ਸਨ, ਉਹ ਇਸ ਚੀਜ਼ ਨੂੰ ਸਮਝਦੇ ਨੇ। ਆਹੀਂ ਤਾਂ ਐਵੇਂ ਹੀ ਆ, ਸਾਨੂੰ ਕੀ ਪਤਾ, ਸਾਨੂੰ ਕੀ ਪਤਾ। ਸਾਡੇ ਤਾਂ ਉਹ ਸਾਡਾ ਤਾਂ ਸਿਰਫ ਇੰਨਾ ਹੀ ਪਤਾ ਹੈ। ਉਹ ਸਾਡੀ ਬਰਾਦਰੀ ਜੋ ਕੋ ਮੇਰਾ ਰਿਸ਼ਤੇ 'ਚ ਨਾਨਾ ਹੀ ਲਾ ਬੜਾ ਬਜ਼ੁਰਗ ਜਿਹਾ ਬੰਦਾ ਸੀ ਨਾ, ਕਿਤੇ ਮਸੀਤੇ ਆਵੇ। ਉਹਦੀ ਬੁੜੀ ਨਾ ਕੁਰਾਨ ਬੜਾ ਪੜ੍ਹਦੀ ਸੀ। ਉਹਨੇ ਜਦੋਂ ਹਲ ਵਾਹ ਕੇ ਆਉਣਾ ਨਾ ਤੇ ਆਉਂਦੇ ਉਹਨੂੰ ਕੁਰਾਨ ਖੋਲ ਕੇ ਬੈਠੀ ਹੁੰਦੀ ਕੰਮ ਕੁਮ ਕਰਕੇ। ਉਹਨੇ ਆਣਾ ਤੂੰ ਕੀ ਤਮਾਸ਼ਾ ਬਣਾਇਆ, ਜਦੋਂ ਮੈਂ ਆਉਣਾ ਉਦੋਂ ਹੀ ਬਾਤ ਆਸਾ ਬਾਤ ਆਸਾ, ਹੋਰ ਤੈਨੂੰ ਕੋਈ ਕੰਮ ਕੁਮ ਕੋਈ ਨਹੀਂ, 24 ਘੰਟੇ ਬਾਤ ਆਸਾ ਲਾਈ ਰੱਖਦੇ। ਜਿਹੜੀ ਸਾਨੂੰ ਤਾਂ ਕੁਰਾਨ ਵੀ ਬਾਤ ਆਸਾ ਹੀ ਲੱਗਦਾ ਹੈ ਨਾ। ਉਹ ਅਰਬੀ ਮੈਨੂੰ ਪਤਾ ਕੀ ਆਂਦਾ, ਆਂਦਾ ਜੀ ਜਿਹੜੀ ਦੁਆ ਤੁਸੀਂ ਅੱਗੇ ਦਿੱਤੀ ਦੁਬਾਰਾ ਦਿਓ। ਫਿਰ ਮੈਂ ਕਿਹਾ अस्सलामु अलैकुम वरहमतुल्लाहि वबरकातुहू। ਉਹ ਦੁਆ ਦੇ ਮੁਕਾਮ ਨੂੰ ਜਾਣਦਾ ਸੀ। ਮੈਨੂੰ ਆਂਦਾ ਜੀ ਇੱਕ ਵਾਰੀ ਇਹ ਦੁਆ ਫਿਰ ਦਿਓ। ਆਂਦਾ ਮੈਂ ਫਿਰ ਕਿਹਾ अस्सलामु अलैकुम वरहमतुल्लाहि वबरकातुहू। ਤਰਜਮਾ ਸੁਣ ਰਹੇ ਹੋ ਕਿ ਤੁਹਾਡੇ ਤੇ ਸਲਾਮਤੀ, ਅੱਲਾ ਦੀ ਰਹਿਮਤ, ਅੱਲਾ ਦੀਆਂ ਬਰਕਤਾਂ। ਉਹਨੇ ਯਕੀਨਨ ਉਹ ਚੀਜ਼ ਮੈਨੂੰ ਅੱਧੇ ਰੇਟ ਤੇ ਦੇ ਦਿੱਤੀ। 3 ਦੁਆਵਾਂ। ਉਹਨੂੰ ਪਤਾ ਸੀ ਕਿ ਯਾਰ ਇਹ ਦੁਆ ਬੜੀ ਹੈ, ਪੈਸੇ ਤੇ ਕੁਝ ਵੀ ਨਹੀਂ, ਇਹ ਦੁਆ ਬਹੁਤ ਬੜੀ ਹੈ। ਤੇ ਮੇਰੇ ਭਾਈ ਜੇ ਤੁਸੀਂ ਇਸਲਾਮ ਆਖੋ ਤੇ ਕੀ ਹੁੰਦਾ, ਤੇ ਜੇ ਗੁੱਸਾ ਨਾ ਕਰੋ, ਸ਼ੇਰੇ ਪੰਜਾਬ ਨੂੰ ਤਾਂ ਅੱਲਾ ਨੇ ਵੱਡਾ ਸਾਰਾ ਦਿਲ ਦਿੱਤਾ। ਆ ਕਈ ਮੌਲਵੀ ਨੇ ਨਾ, ਮੌਲਵੀ ਇਸਲਾਮ ਅੱਧਾ ਕੋ ਹੱਥ ਲਾਉਂਦੇ ਨੇ, ਬਾਕੀ 'ਚ ਤਾਂ ਕਰੰਟ ਹੀ ਆਇਆ ਹੁੰਦਾ, ਹੱਥ ਨਹੀਂ ਲਾਉਂਦੇ। ਬਾਕੀ ਅਸੀਂ ਪਿਛਾਂ ਖਿੱਚ ਲੈਂਦੇ ਨੇ, ਮਾੜਾ ਮਾੜਾ ਲਾਉਂਦੇ ਨੇ, ਤੇ ਜੇ ਮਿਲਣ ਲੱਗੋ ਤੇ ਪਿਛਾਂ ਹੀ ਮਿਲਦੇ ਨੇ। ਤੇ ਮੈਂ ਭਾਅ ਜੀ ਸਾਨੂੰ ਕੀ ਖੁਰਕ ਪਈ ਜਿਹੜੀ ਤੁਹਾਨੂੰ ਪੈ ਜਾਣੀ, ਮਾੜਾ ਨੇੜੇ ਹੋ ਕੇ ਮਿਲ ਲਓ। ਆਹੋ ਵੀ ਤੁਸੀਂ ਜੋ ਐਡੀ ਦੂਰ ਹੋ ਕੇ ਖਲੋਂਦੇ ਇੰਝ ਹੈ ਦੂਰੋਂ ਕਰਦੇ ਵੀ ਕਿ ਬੰਦਾ ਮਿਲਦਾ ਉਹਨੂੰ ਜੱਫੀ ਪਾਓ, ਖੁਸ਼ ਹੋ ਕੇ ਮਿਲੋ। ਮੁਸਲਮਾਨ ਨੂੰ ਤੇ ਫਾਰਿਕ ਦਾਈ ਬੰਦੇ ਦੀ ਸੂਰਤ ਹੋਣੀ ਚਾਹੀਦੀ। ਆਓ ਜ਼ਰਾ इमाम कायनात तबीब किबरिया मोहम्मदुर रसूलुल्लाह सल्लल्लाहु अलैहि वसल्लम ने नुस्खा दसिया अल्लाह दी मुलाकात दा। मैं भी अल्लाह दी मुलाकात करना चाहना, तू भी करना चाहना है। और रब्बे कायनात दा कुरान ऐलान फरमा रहा है। अल्लाह फरमादा फमन काना यरजू लिका रब्बिही फलिया अमल अमलन सानिहा। नबी पाक ने ते अल्लाह की मुलाकात करना चाहते हो, मुहब्बत वंडिया करो, प्यार वंडिया करो, एक दूजे नाल मुहब्बत करया करो, दुश्मनियां खत्म कर दो, हसद खत्म कर दो, कदूरत खत्म कर दो, नफरत खत्म कर दो, तकब्बुर खत्म कर दो, सारिया चीज़ां खत्म कर देवो। ते जेड़े इंज दे आजी वाले बंदे नहीं, मेरा रब उन्हां दी मुलाकात चाहता है, मेरा रब उन्हां नाल प्यार चाहता है, मेरा रब उन्हां नाल मुहब्बत चाहता है, मेरा खालिक उन्हां नाल अकीदत चाहता है। यो कायनात दा रब बड़ा मेहरबान है। अल्लाह दा तू मेरे बंदियां ते रहम कर, मैं तेरे ते रहम करांगा। और रब्बे कायनात आंदे ने तू मेरे बंदियां दा ख्याल कर, मैं तेरा ख्याल करांगा। और पाक पैगंबर मुहम्मद रसूलुल्लाह सल्लल्लाहु अलैहि वसल्लम दी मैं हदीस सर्द कर रहा हूं, गौर कर। ये सारे मामले
مینجمنٹ کرنے پیندے نے، سیٹ کرنے پیندے نے، پھر جا کے اللہ دی ملاقات ہوندی ہے۔ اگر نبی پاک دی حدیث سننا، صحیح بخاری، صحیح مسلم، نبی پاک دی حدیث دارمی دے اندر، مسند احمد دے اندر، وَأَنْ أَبِي شُرَيْحٍ أَنَّ النَّبِيَّ صلی اللہ علیہ وسلم، نبی پاک دا پروانہ، اللہ دے نبی دا دیوانہ، سرکار دا پروانہ دا، واللہ لا یؤمن، واللہ لا یؤمن، واللہ لا یؤمن، میرے نبی پاک نے 3 قسماں چکیاں نے۔ اور نبی پاک صلی اللہ علیہ وسلم جدو کسے نو گل سمجھانا چاہتے سی، 2-3 قسماں بھی چکتے سن تاکہ بات دے اندر تاکید پیدا ہو جائے، سننے والے نو یقین پیدا ہو جائے۔ حالانکہ میرے نبی دے بارے میرا عقیدہ ہے کہ سرکار دی زبان چو جو بھی نکلدا ہے حق نکلدا ہے، سچ نکلدا ہے، پھر بھی سرکار مدینہ نے واللہ لا یؤمن، واللہ لا یؤمن، نبی پاک نے جدو 3 قسماں چکیاں نے تے سرکار مدینہ صلی اللہ علیہ وسلم دے پروانے آنے نے۔ اللہ دے نبی جی قیل من ہوا یا رسول اللہ، اللہ دے نبی جی دے بارے 3 قسمہ چک دے ہو، ایک کیڑا بندہ ہے؟ اللہ دے نبی جی دے بارے تواڈی سچی زبان جو 3 واری واللہ 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 3 قسمہ نکلیاں نے، کیڑے بندے نے؟ تے سرکار مدینہ نے الذی لا یأمن جارہ بوائقہ، نبی پاک من جس بندے کو اندہ ہمسایا تنگ ہوئے، گوانڈی تنگ ہوئے، جڑا گوانڈی نال چنگا سلوک نہیں کردا، نبی پاک نے فرمایا اللہ دی قسم او مومنی کوئی نہیں۔ اللہ دا جے ساڈی ملاقات کرنی تے گوانڈیاں نال چنگی ملاقات رکھیا کر، تیری ملاقات گوانڈی نال چنگی ہوئی تے اللہ دی ملاقات یقینی ہے۔ جے ہمسائے نال تیری ملاقات ہی نہیں، ہن ویکھو کیسا دور آ گیا، اے شہراں دے وچ لوگ رہندے نا، نال دے گوانڈی دا پوچھو انہاں نوں پتہ ہی نہیں ہوندا۔ یعنی ساڈے پاکستان چوں ہمسائیگی والے حقوق ختم ہو گئے، اے کو نہیں رہ رو گئے، اے چیزاں مفقود ہو گئی۔ نال دا کون رہندا ہے اللہ ہی جانے، کدی پوچھیا بھی نہیں تسی بھاجی کون جے، تسی کتھوں آئے جے، تہاڈا تعارف کی ہے، تسی کون جے، کوئی ساڈے لائق ہوئے تو دسیا جے، تسی ساڈے گوانڈی ہو، کوئی چیز دی ضرورت ہوئے، کوئی مسئلہ ہوئے، توبہ کر، انہاں کول تو کوئی منگن آ جے تے تاں نہ دین کدی، وہ تو پوچھنا تو بڑی دور دی گل ہے نا۔ نالے میں کہنا ساڈا پاکستان ہے، یہ تو گوانڈی اداں دے نے جدنے گوشت پکاؤندے نے منڈے نال کنڈی لا کے تے گوانڈی لین نہ آ جان، یہ لوگ نے، دینا تو بڑی دور دی، وہ تو حدیثاں دوساں جے نبی پاک نے آکھیا ہے بھی جدوں تسی سالن پکاؤندے نے شورا زیادہ بنایا کرو، تے نبی بنایا گوانڈیاں گھلیا کرو، تے سرکار گوانڈی روز پکاندے نہیں، نبی پاک نے فرمایا دیا کرو، محبت ود دیے، محبت ود دیے، اللہ دی مخلوق نال محبت کرو تے اللہ بھی محبت کرتا ہے۔ ان جانے نے اللہ دی ملاقات کرنی ہے، اللہ دی ملاقات کرنی تے آ معاملے درست رکھو، ٹھیک کرو، گوانڈی دے حق دا خیال کرو۔ گوانڈی کنی قسم دے ہوندے نے؟ نمبر 1، ایک گوانڈی وہ ہوندا ہے جن دے 3 حق ہوندے نے۔ ایک گوانڈی دے کنے حق ہوندے نے؟ وہ کیڑا ہے؟ مسلمان ہون دا حق، رشتہ دار ہون دا حق، اور اسلام دا حق۔ مسلمان ہون دا حق اور گوانڈی ہون دا حق اور رشتہ داری دا حق۔ ایک وہ گوانڈی ہوندا جس نال 2 تعلق ہوندے نے گوانڈی دے نال۔ نمبر 1 اسلام دا حق اور ہمسائیگی دا حق۔ ایک وہ گوانڈی ہوندا جس نال ایکو ہی حق ہوندا ہے کہ وہ ساڈا پڑوسی ہے، عیسائی ہے، یہودی ہے، شریعت آندی ہے ایندا بھی خیال کر، شریعت آندی ہے یہودی دا بھی خیال کر، ہمسایا وہ ساڈا اسلام آدھا یہودیاں دا خیال کریدا، گوانڈی ہوئے عیسائی دا، تے کیسے مسلمان آ گئے جڑے مسلمان نو بھی نہیں پوچھتے، جڑے مسلمان دا بھی خیال نہیں کرتے۔ یہ تو میرے نبی سن، یہودیاں دا بچہ بھی بیمار ہوئے تو میرے نبی گھر تشریف لے جاندے نے یہودیاں دے، انہوں کو اسی یہودیاں دے گھر جائیے، توبہ توبہ توبہ، کافراں گھر اسی نہیں جانا۔ نبی پاک گئے نے کہ نہیں؟ جان دا فائدہ ہویا کہ نہیں؟ اے ساڈے پاکستان چ نا شدت بہت ہے، کئی شدت پسند لوگ ہوندے نا، انہیں تو کیڑا ہے، انہیں کیڑے تے کیڑا ہی سے، انہیں مسئلہ نہیں ہے، بٹ کسلا ہی ہے۔ تسی دیکھو نا کئی بندے نا وہ بڑے سیخ پا ہو جاندے نے۔ ہن تسی دسو کہ محبت اور مودت کیا ہے؟
ਇਹ ਵੇਖੋ ਨਾ, ਈਸਾਈ ਹੈ ਨਾ, ਈਸਾਈਆਂ ਦੇ ਬਰਤਨਾਂ 'ਚ ਖਾਣਾ ਜਾਇਜ਼ ਹੈ ਕਿ ਨਹੀਂ? ਬੋਲੋ ਹੁਣ। ਕਿਸੇ ਮੌਲਵੀ 'ਚ ਫਤਵਾ ਲਵੋ, ਉਹਨਾਂ ਨਾਲ ਤੋਬਾ ਨੇੜੇ ਨਾ ਜਾਈ। ਤੇ ਮੈਂ ਕਿਹਾ ਤੁਸੀਂ ਮੌਲਵੀ ਨਬੀ ਪਾਕ ਦੀ ਸਹੀ ਬੁਖਾਰੀ ਦੀ ਬੜੀ ਹਦੀਸ ਬਿਆਨ ਕਰਦੇ ਹੋ ਕਿ ਯਹੂਦੀਆਂ ਔਰਤ ਦੀ ਨਬੀ ਪਾਕ ਨੇ ਦਾਵਤ ਕਬੂਲ ਕੀਤੀ, ਬੱਕਰੀ ਵੀ ਉਹਨੇ ਜ਼ਿਬਾ ਕੀਤੀ ਸੀ, ਨਬੀ ਪਾਕ ਦੀ ਕੀਤੀ ਨਹੀਂ ਸੀ। ਇਹ ਜ਼ਹਿਰ ਵਾਲਾ ਵਾਕਿਆ ਤਾਂ ਬੜਾ ਬਿਆਨ ਕਰਦੇ ਹੋ। ਨਬੀ ਪਾਕ ਨੇ ਉਹ ਭਾਂਡੇ ਕਹਿੰਦੇ ਸੀ ਯਹੂਦਨ ਦੇ, ਬੱਕਰੀ ਕੀਤੀ ਸੀ ਯਹੂਦਨ ਦੀ, ਗੋਸ਼ਤ ਕਹਿੰਦਾ ਸੀ ਯਹੂਦਨ ਦੀ। ਨਬੀ ਪਾਕ ਨੇ ਦਾਵਤ ਕਬੂਲ ਕੀਤੀ ਕਿ ਨਹੀਂ ਕੀਤੀ? ਕੀਤੀ ਹੈ ਨਾ। ਤੇ ਤੁਹਾਡੇ ਅੰਦਰ ਕਿੰਨੀ ਸ਼ਿੱਦਤ ਹੈ। ਈਸਾਈ ਦੇ ਭਾਂਡੇ ਵੱਖਰੇ ਰੱਖਦੇ, ਤੁਹਾਡੇ ਕੋਈ ਕੰਮ ਤੇ ਲੱਗ ਪਏ ਕਿ ਉਹ ਬੰਦਾ ਮੁਸਲਮਾਨ ਹੋਏਗਾ ਜਿਹਨੂੰ ਇੰਨੀ ਨਫ਼ਰਤ ਦੇ ਰਹੇ ਹੋ ਤੁਸੀਂ। ਉਹ ਜਿਹਨੂੰ ਤੁਸੀਂ ਇੰਨੀ ਨਫ਼ਰਤ ਦੇ ਰਹੇ ਹੋ, ਉਹਦਾ ਕੱਪ ਵੱਖਰਾ, ਉਹਦਾ ਗਿਲਾਸ ਵੱਖਰਾ। ਉਦੋਂ ਨਬੀ ਪਾਕ ਦੀ ਜ਼ਿੰਦਗੀ ਕਿੱਥੇ ਹੁੰਦੀ ਹੈ? ਕਿਹੜੇ ਮੁਫਤੀ ਨੇ ਜਿਹੜੇ ਤੁਹਾਨੂੰ ਆਂਦੇ ਨਾ ਗਲਾਸ ਵੀ ਵੱਖਰਾ ਰੱਖੀ, ਭਾਂਡਾ ਵੀ ਵੱਖਰਾ, ਕਰੇਗਾ ਜ਼ਰੂਰ ਤੂੰ ਮੁਸਲਮਾਨ। ਇਹ ਈਸਾਈ ਮੁਸਲਮਾਨ ਹੋਏਗਾ, ਇਹ ਯਹੂਦੀ ਮੁਸਲਮਾਨ ਹੋਏਗਾ। ਇਹ ਹਦੀਸ ਬੁਖਾਰੀ ਦੀ ਨਹੀਂ ਹੈ। ਚੱਲ ਹਾਂ, ਆਹ ਵੇਖ ਲਓ, ਸ਼ੇਰੇ ਪੰਜਾਬ ਨੇ ਤਰਜਮਾ ਜਿਹੜਾ ਕੀਤਾ ਨਾ, ਇਹ ਠੀਕ ਜੇ। ਤੋ ਉਹ ਵੀ ਈਸਾਈ ਨੌਕਰ ਰੱਖੇ ਨੇ, ਉਹ ਪੱਠੇ ਪਾਉਂਦੇ ਨੇ, ਉਹ ਮੱਝਾਂ ਦਾ ਦੁੱਧ ਪੀਂਦੇ ਨੇ, ਤੇ ਉਹਨਾਂ ਦੇ ਵੱਖਰੇ ਰੱਖਣੇ ਨੇ ਭਾਂਡੇ। ਸਾਡਾ ਦੀਨ ਆ। ਵੇਖੋ ਸੂਰਤ ਮਾਇਦਾ ਐਤ ਨੰਬਰ ਗਾਲਬਨ 5 ਹੋਏਗੀ, ਖੋਲ ਕੇ ਵੇਖੋ ਨਾ, ਕਿ ਅੱਲਾ ਆਂਦਾ ਕਿ ਅਹਿਲੇ ਕਿਤਾਬ ਦਾ ਖਾਣਾ ਪੀਣਾ ਜਾਇਜ਼ ਹੈ। ਕਿਸੇ ਦਾ ਨਾ ਖਾਓ, ਤੁਹਾਡੀ ਮਰਜ਼ੀ। ਹੁਣ ਕੋਲ ਮੌਲਵੀ ਜੀ ਅਸੀਂ ਤਾਂ ਨਵਾਂ ਹੀ ਮਸਲਾ ਸੁਣਿਆ। ਮੈਂ ਭਾਜੀ ਜਦੋਂ ਦਾ ਕੁਰਾਨ ਉਤਰਿਆ ਮਸਲਾ ਉਦੋਂ ਦਾ ਹੀ ਹੈ। ਤੁਹਾਨੂੰ ਨਹੀਂ ਸਮਝ ਆਈ ਤਾਂ ਦੱਸੋ ਕੀ ਕਰੀਏ? ਤੁਸੀਂ ਕਿਦੋਂ ਇਲਾਜ ਲੂਜ ਕਰਾਓ ਮਾੜਾ ਮੋਟਾ, ਉਹ ਤੁਹਾਡਾ ਦਿਮਾਗ ਹੌਲਾ ਹੋਵੇ। ਇਹ ਜਿਹੜੀ ਅਤਰੀਫੁਲ ਉਸਤੂ ਖੁਦੂਸ ਹੈ ਨਾ, ਉਹ ਖਾਇਆ ਕਰੋ, ਸ਼ਾਇਦ ਕੋਈ ਦਿਮਾਗ ਝੜ ਜੁੜ ਜਾਏ। ਆਹੋ, ਤੁਹਾਨੂੰ ਪਤਾ ਲੱਗੇ ਵੀ ਕੋਈ ਗੱਲ ਸਮਝਣ ਵਾਲੀ ਵੀ ਹੁੰਦੀ ਹੈ। ਆਹੋ ਖਾਓਗੇ ਨਾ ਤਾਂ ਕੋਈ ਮਾੜਾ ਖਿਆਲ ਕਿ ਮੌਲਵੀ ਦੀ ਗੱਲ ਫਾਲੋ ਕਰੋਗੇ। ਤੁਸੀਂ ਕਹਿਣਾ ਲਾ ਮੌਲਵੀ ਤਾਂ ਕਹਿੰਦਾ ਈਸਾਈਆਂ ਨਾਲ ਵੀ ਖਾ ਲਓ, ਫਿਰ ਫਤਵਾ ਮੌਲਵੀ ਤੇ ਲਾ ਦਿੰਦੇ ਨੇ, ਹਾਸ਼ੀਆ ਐਸਾ ਚੜਾਉਂਦੇ ਨੇ, ਉਹ ਮੌਲਵੀ ਦੇ ਖਾਤੇ ਗੱਲਾਂ ਪਾ ਦਿੰਦੇ ਨੇ ਸਾਰੀਆਂ। ਲੋਕੀ ਮੌਲਵੀ ਪਿੱਛੇ ਹੋਏ ਹੁੰਦੇ ਨੇ, ਮੌਲਵੀ ਤੂੰ ਆਨਾ ਹੈ। ਮੈਂ ਭਾਜੀ ਮੈਂ ਨਹੀਂ ਆਂਦਾ, ਮੇਰੇ ਨਬੀ ਨੇ ਆਖਿਆ, ਮੇਰੇ ਨਬੀ ਨੇ ਖਾਧਾ ਵੇ ਤਾਂ ਦੇਖੇ ਜੀ। ਉਹ ਨਬੀ ਪਾਕ ਨੇ ਆਖਿਆ ਨਾ, ਅੰਮਾ ਐਸਾ ਨੂੰ ਐਸਾ, ਉਹ ਜਿਹੜਾ ਯਹੂਦਨ ਨੇ ਦਾਵਤ ਕੀਤੀ ਸੀ, ਅੱਜ ਵੀ ਉਹਦੇ ਖਾਣੇ ਦਾ ਜ਼ਹਿਰ ਮੈਂ ਮਹਿਸੂਸ ਕਰ ਰਿਹਾ। ਇਹ ਫਿਰ ਕਿਉਂ ਤੁਸੀਂ ਦਲੀਲਾਂ ਦਿੰਦੇ ਹੋ ਤਕਰੀਰਾਂ 'ਚ? ਜੇ ਤੁਸੀਂ ਖਾਣਾ ਨਹੀਂ ਤਾਂ ਨਬੀ ਪਾਕ ਨੇ ਤਾਂ ਖਾਧਾ। ਤੁਸੀਂ ਨਬੀ ਪਾਕ ਨਾਲੋਂ ਅਗਲੇ ਤੱਕ ਮਾਸ਼ਾਅੱਲਾ ਨੌਜ਼ ਬਿल्ला ਕੋ ਅੱਗੇ ਲੰਘਣ ਲੱਗੇ ਹੋ ਨਾ। आओ जरा तवज्जो फरमाओ। इमाम कायनात तबीबे किबरिया मोहम्मदुर रसूलुल्लाह सल्लल्लाहु अलैहि वसल्लम ने फरमाया, सरकारे मदीना ने फरमाया, वल्लाहि ला युमिनु, वल्लाहि ला युमिनु। यार ते मैं अग दे पुजारी दी गल पे करना वा, ये ते मैं जनाब यहूदी दी गल पे करना वा, ईसाई दी गल पे करना वा। आ वेखना अग दा पुजारी जड़ा मजूसी हुंदा, ओ ते अहले किताब भी नहीं हुंदा। यहूदी भी अहले किताब है, ईसाई भी अहले किताब है, मजूसी अहले किताब नहीं, हिंदू अहले किताब नहीं, बौद्ध मत अहले किताब नहीं। अगर और करना फकीहुल लैस ने तंबीहुल गाफिलीन च लिखे आवे, अब्दुल्ला बिन साल तस्री उन्हां दा गुआनी अग दा पुजारी मजूसी है सी, और उन्होंने मजूसी का कितना ख्याल किया है। मजूसी ने लैटरीन बनाई है, और हजरत दी उनका लैटरीन का गंदा पानी हजरत के घर आंदा सी दीवार के अंदरों वाके, और हजरत जनाब अब्दुल्ला रोजाना सारा गंदा पानी चुक के बाहर सड़ते सी। कभी शिकवा नहीं किया, कभी शिकायत नहीं की, हमसायगी का हक में अदा किया है, और उन्होंने दसिया नहीं कि तेरा गंदा पानी साडे वाल आउंदा है ते शाम नूं मैं सारा ही सट देना वा। और वेखना अल्लाह दी मर्जी, हजरत की जदों वफात का टाइम आया है, हजरत ने मजूसी नूं बुलाया है। आंदे अल्लाह दे बंदिया, और तू मेरा हमसाया साए, मेरा गवांडी साए, गवांडियां दे बड़े हक हुंदे ने। आंदे ने तेरा गंदा पानी मेरे घर आंदा सी ते मैं चुक के बाहर सड़ छड़दा सा, ते मैं तैनूं तां बुलाया, हो सकदा है जिवें दा सलूक मैं कीता है मेरे पिछले ना करन, मेरी औलाद ना करे। ते इस्लाम ने गवांडी दे बड़े हक दसे ने, तेरा हक बहुत ज्यादा सी ते सारे हक ते मैं अदा नहीं कर सकिया। आगा यार को कमी कुताई हो गई होवे ते मैनू माफ ही कर देवी। ओ अग दा पुजारी मजूसी वेखी जांदा, अजीब आदमी है, रोज गंदा पानी सटिया, कदी शिकवा नहीं कीता, शिकायत नहीं की, कदी लड़ाई नहीं की, कदी झगड़ा नहीं कीता। आदा जी इस्लाम इन्ने हक दसदा है ते हजरत आंदे ने इस तो भी ज्यादा दसदा है, पर मैं ते इन्ने कोई अदा कीते ने। आदा हजरत जी ते जे इस्लाम एडा सोना इस्लाम है, एडा सोना दीन है, जड़ा
ਗੁਆਂਢੀ ਦੇ ਇੰਨੇ ਹੱਕ ਦੱਸਦਾ ਹੈ ਤੇ ਕਾਇਨਾਤ ਦੇ ਕਿੰਨੇ ਦੱਸਦਾ ਹੋਏਗਾ। ਆਂਦਾ ਹਜ਼ਰਤ ਜੀ ਹੱਥ ਵਧਾਵੋ ਤੇ ਕਲਮਾ ਪੜਾ ਕੇ ਮੈਨੂੰ ਵੀ ਮੁਸਲਮਾਨ ਬਣਾ। ਇੰਜ ਹੁੰਦੇ ਨਹੀਂ ਹੱਕ ਦਾ। ਜਿन्हें बंदे ने यह काम किया रब की मुलाकात होएगी कि नहीं भाई? जिन्हें मजूसी नूं मुसलमान किया है अल्लाह उन्होंने मिलेगा कि नहीं? रब की ज़ियारत उन्होंने होएगी कि नहीं? तो मैं कहना साढ़े वेख लो साढ़े गुआढ़ी जो कोई बेनमाज है तो बेनमाज असीं नहीं कभी आखना आ भाजी नमाज पढ़ाई है। तो साढ़े अगों माशाअल्लाह बंदे भी हो जाने ठीक। मुड़ एक बंदा बंदे नूं आंदा शेरे पंजाब उन्होंने आंदा आ भाजी आओ नमाज पढ़ना चलिए। आंदा बड़ी मेहरबानी तुहाडी। उन्हें अभी आ नमाज पढ़ना तो बहुत मेहरबानी जी तुहाडी। साढ़े तो मतलब दावत भी दो तो कोई बंदे ये टक्कर पैंदे ने। आंदा जी बस मेहरबानी तुहाडी नमाज नहीं मैं पढ़नी। दुआ करो अल्लाह सारे नमाजी बना दे। इमाम कायनात मुहम्मद रसूलुल्लाह ते नाले ना मैं एक ये भी गल करा माड़ियां मोटियां कोई गुआढ़ी छइयां मंगण ते दे दिया करो। कसमें को नहीं कसदियां कुसदियां दे दिया करो। ये तो जनाब देखो ना सारे मसीते बैठे ने अगली साहब के नमाजी होंगे ने माशाअल्लाह कई। तो मां सवेर की फजर की पढ़ के आके तस्बीह हाथ च लैके इंज बैठा होंगे तो नाल दा गुआढ़ी आया उन्हें भाजी ए फलानी शह दे दे। कसमें साढ़े वाल तो है ही नहीं। मैं सदके जाइए तेरी तस्बीहां तो सदके जाइए तेरिया नमाजा तो जड़ा सवेरे आ शेरे बजाव जी आ मिसाल भी नाल दी गुआढ़ी को इस्त्री मंग लो ना। इस्त्री तो जड़ियाँ साड़ियाँ बीबियां ने उन्हें कहना हाँ इस्त्री की किहड़ी गल है तो साड़ियाँ इस्त्रियाँ को वंडियां ने कल कुड़ियाँ लाई तार ही पटाका मार गई उन्हें इस्त्री को नहीं देनी। साढ़े गुआढ़ी तो इवें देने आ साढ़े कई हुण अजकल शादियां दा माहौल है ना तो आ कई साड़ियाँ बेटियां ने माशाअल्लाह धीआं ने ना सारियां तो किसी का कोई रिश्ता वेखण आए तो हर बंदे की ख्वाहिश होंदी कि प्राहुणिਆਂ ਨੂੰ चंगे भांडिਆਂ 'ਚ खवाओ। तो कई मुड़ चौधरी बंदे होंदे ना उन्होंने सैट सूट बड़े होंदे ने वाटर सैट ए डिनर सैट ए टी सैट। मियाँ बीवी को नहीं सैट होंदे बस यही सैट होंदे ने। आ वड्डे लोगों का यही होंदा एडे वड्डे साहब लोग होंदे ना इन्हां दे घर बस ये सैट सूट होंदे ने बाकी आप अब सैट ही होंदे ने। मैं कहा भी तुहाडा घर जन्म बनया तुसीं सैटां नूं फायदा देना सानूं गरीबां नूं दे दिओ। चलो किते काम ते आण उन्हां कोलों मंगो ना जाके भी भा जी साडे प्राहुणे आ रहे हैं तो तुसीं कोई सानू आ डिनर सैट दे दो यार भी असीं प्राहुणे नूं चंगे जो खवा लो। हमसाया है ना तो उन्हें पता की आखना ले अच्छा ऐसी माशाअल्लाह पक्के मूँह नाल ऐसी बकवास करते हैं भी छड्ड कर दो। अल्लाह भी उत्ते बह के वेंदा होना बल्ले आ मुसलमाना हाँ तू मेरी मुलाकात जरूर करेंगा जी आ तू करतूत करना पिया ना तू जरूर मैनू आके सीधा ही मिलेगा डायरैक्ट। तो उन्होंने तुहाडे साडे भांडे को वंडे ने भांडियां दी किहड़ी गल है बस हुणे फोन आया साढ़े भी प्राहुणे आउण डे नहीं तो दे देने सी भांडे असीं। यानी तुसीं देखो ना जिहड़ी कौम थल्ले बह के इहदियां करतूतां करे उत्ते मेरा रब वेंदा नहीं तो फिर तुसीं की समझदे हो ये तुसीं उह बंदे नूं तां धोखा दिता अर्श वाले नूं किवें दिओगे जिहड़ा उत्ते बैठा वेंदा भी बल्ले ओ इंसाना। एक वो बंदे मेरे ने मेरी खातर तेरे कोलों मंगया तो तू मेरी खातर भांडे नहीं दिते ते तेरियां छूछां च किन्ना कुछ मैं रिजक दिता वो संभालिया नहीं जाता तेरे को। उस बंदे नूं इतना कुछ नहीं दे सकता तू। अब दुआ करो अल्लाह जे पैसे देवे तो दिल भी वड्डा ही देवे। और तां मैं उन्होंने दिल इन्हों शेखां वाला ना कोई शेख होवे तो भाजी गुस्सा ही ना कर लिया जे। आहो शेख सखी भी बड़े बड़े ने और कई मेरे को दम कराण आते हैं ना तो शायद कलवंजी तो कभी कोई वो ना कालियां मर्जां जवैन तो मैं पाइया पाइया तो कई इन्नी नहीं लेंदे ने इन्नी नहीं तो मैं तुसीं कदे शेख तो नहीं है वो कई आंदे हाँ जी असीं शेख हुंदे मैं फिर ठीक है फिर इन्नी को आनी चाहिए। तो मतलब है कि अल्लाह पैसे देवे दिल भी वड्डा देवे। तो कोई शेख साहब तंदूर तो रोटियां लैन गया ना तो वो रोटी छापर जो उन्हें फड़ी तो एक रोटी किते बाहर रह गई वो मगरों कुत्ता आया उन्हें रोटी खिंच ली वो फिर शेख से और मगर मगर भी कुत्ता रोटी लैके जावे किथे। शेख ने बड़ी दौड़ लाई कुत्ते को रोटी लो रोटी लै गया कहते रोटी किधर लै चले। जो शेख ने वेखा ना भी कुत्ता हुण फड़िया नहीं जाना तो रोटी तो गया लै हाँ चलो अब्बा जी नूं साले सुहाब कर देने साडे लोगों का यह हाल। यानी साडा एडा वड्डा दिल जिहड़ी शै हथों जांदी वेखो अब्बा जी नूं साले सुहाब कर दो। इमाम कायनात ये की लिखा बई यार ये तो बड़ा बरीक बरीक लिखा है।
بابا جی ਗੁਰਦਾਸਪੁਰੀ رحمت اللہ علیہ اللہ نے انہوں کی قبر تے کروڑ رحمت نازل فرمائے. اسی جامعہ سلفیہ نہ پڑھتے سن تو بابا جی خطاب فرما رہے سی تو کسی بندے نے چٹ پھڑائی تو میں اگے بیٹھا تو میں بابا جی نے پھڑاتی تو بابا جی فرمان لگے اے پڑھ اتنے کی لکھا ہے جی میں آخیا تو میں بابا جی تسی آپ ہی پڑھ لو. آدھے پوت ایڈا پڑھیا ہوتا تو کتے کلرک نہ لگا ہوں. بابا جی فرمان لگے بھی ایڈا پڑھیا ہوتا کتے کلرک لگا ہوتا. یہ پرچی تو مجھے پتا ہے انشاءاللہ. یہ 5-7 منٹوں بعد شیر پنجاب تشریف فرما میرے لیے بڑے ہی قابل احترام بڑی ادب تی بڑی احترام دی جگہ ہے تو میں کوئی لمیاں گلاں نہیں کرنی تے ایک ادھی دی سنا کے گل مکائیے ذرا توجہ کرو. امام کائنات طبیب کبریا محمد الرسول اللہ صلی اللہ علیہ وسلم نے دسیا وے سرکار مدینہ نے دسیا وے آمنہ دلال نے دسیا وے. ذرا توجہ کرنا ذرا غور کرنا ذرا فکر کرنا ذرا تدبر کرنا ذرا تفکر رکھنا. وَأَنْ أَبِي قِتَادَةَ اللہ دے نبی صلی اللہ علیہ وسلم دی حدیث صحیح بخاری دے اندر صحیح مسلم دے اندر ترمذی دے اندر مسند احمد دے اندر نسائی دے اندر موطا امام مالک دے اندر. وَأَنْ أَبِي قِتَادَةَ أَنَّهُ كَانَ يُحَدِّثُ مُرَّ عَلَيْهِ بِجَنَازَةٍ حضرت ابو قتادہ نے سرکار مدینہ کو ایک جنازہ گزریا. ذرا غور تے کرو اللہ دی ملاقات کرنے والے ہو اللہ نال ملاقات دا شوق رکھن والے ہو چاہت رکھن والے ہو محبت رکھن والے ہو تے اللہ نے ایک تقاضا کیتا فمن کان یرجو لقاء ربہ فلیعمل عملا صالحا. اور جنیاں بھی نیکیاں کٹھیاں کرنا چاہنا کٹ کٹھیاں کر لے. کسے غریب نال محبت کر کسے مسکین نال محبت کر کسے مریض نال تعاون کر. قرآن پڑھیا کر تلاوت کریا کر تہجد پڑھیا کر رکوع کریا کر سجدہ کریا کر ذکر کریا کر اذکار کریا کر تسبیح کریا کر تحلیل کریا کر تحمید کریا کر تمجید کریا کر پاکی بیان کریا کر. اور جویں بھی رب راضی ہوندا ہے اونیاں نیکیاں کریا کر جڑے اینے کم کر دینے میرا رب ملاقات کردا ہے. اور دوتیاں نال ملاقات کل قیامت یار جناب نال ملاقات کدی تصور تے کریں تے پچھلی راتی روز ہی ملاقات ہو جاندی ہے. جے جناب کرن والا تے او میں یتنزل ربنا تبارک و تعالی فی کل لیلہ میرا رب تے روزانہ آسمان دنیا تے ملاقات کرن لئی اوندے نے. اللہ دا تو انسان ہے او تو میری مخلوق ہے تیری واسطے میں اپنا عرش چھڈ کے عرش تو اللہ 7ویں آسمان تے اوندے نے. کیویں اوندے نے کما یلیق بشان ہی جی میں میرے اللہ دی شان دے لے کے اسی تصور نہیں کر سکتے سوچ نہیں سکتے تدبر نہیں کر سکتے. اسی جناب عقیدہ رکھ سکنے الاستواء معلوم والکیف مجہول والسوال عنہ بدعہ والایمان بہ واجب. اور تو تے میں تے ایمان رکھ سکنے ہیں اللہ دے بارے اتقان رکھ سکنے ہیں یقین رکھ سکنے ہیں. اللہ روزانہ آسمان دنیا تے اوندے نے. اور مسند احمد لکھیا اللہ دے نے حل من مسترزقن ہے کوئی رزق لین والا میں نو رزق دے دواں. اللہ تیری ملاقات واسطے 7ویں آسمان تو تھلے افضل عرش تو 7ویں آسمان دے. اور میں تے تو کڈے بد نصیب ہاں اسی 4 پائی چھڑ کے تھلے نہیں آ سکتے. ذرا غور کرنا امام کائنات نے اللہ پوچھتے نے کہ حل من مسترزقن حل من مستغفرن ہے کو معافی لین والا ہے کو رزق لین والا. حل من مقروب ہے کو ٹینشن دا ماریا میں اودی ٹینشن دور کردا. حل من دائن حل من سائلن کوئی سوالی میں دا مسئلہ حل کر دیواں. یار جے رب دی ملاقات کرنی ہوے تے جناب ڈیلی ملاقات ہوندی ہے. جے آمنے سامنے کرنی ہے رب نو انہاں اکھاں نال ویکھنا ہے قیامت والا دن ہوئے گا. اللہ تینوں اپنی زیارت کرائے گا. جنت تو بھی اگلی سے اللہ دی زیارت ہوئے گی پر او دے واسطے اعمال چنگے چاہیے نے عمل چنگے چاہیے نے. نبی پاک کول ایک جنازہ گزرے آئے تے سرکار مدینہ فرماندے نے فقال مستریح او ومستریح مستریح ومستراح منہ. نبی پاک نے اینو آرام ملیا یا اندے کولوں آرام ملیا ہے. تے صحابہ نے قالوا یا رسول اللہ
مل مستری ہوا مستراہ منہ. نبی پاک جی مستری کون ہوندا مسترا منہ کون ہوندا ہے؟ آپ پاک پیغمبر محمد رسول اللہ وضاحت فرما رہے ہیں. نبی پاک دی تشریح بھی خود ہی فرما رہے ہیں. سرکار مدینہ نے اللہ دے نبی العبد المومن نبی پاک نے جڑا مومن بندہ ہوندا ہے اللہ دا بندہ ہوندا ہے تے سرکار مدینہ محمد رسول اللہ صلی اللہ علیہ وسلم نے فرمایا یستریح من نصب الدنیا وعذاہ اذاہا الى رحمت اللہ. نبی پاک نے جڑا مومن بندہ دنیا چھڑ کے جدو جاندا ہے دنیا دے جھنجالاں کولو جان چھٹ جاندی ہے دنیا دیاں تنگیاں کولو جان چھٹ جاندی ہے تکلیفاں کولو جان چھٹ جاندی ہے ازمائشاں کولو جان چھٹ جاندی ہے. نبی پاک نے نصب الدنیا وعذاہا نبی پاک نے انہوں سکون تے اطمینان مل جاندا ہے. نبی پاک نے والعبد الفاجر یستریح منہ العباد والبلاد والشجر والدواب. جڑے بندے چنگیاں زندگیاں نہیں گزارن والے نبی پاک نے یہ بندے مردے نے نا جدوں یہ جنازہ جاندا ہوئے لوکی گلاں کردے نے شکر ہے بڑا مگروں لتھی محلے چ کوئی سکون دے ہویا جی اج دی زندگی نہ گزارو کہ تھوڑے بارے لوگ یہ تبصرہ کرن. نبی پاک نے 4 الفاظ بڑے سخت نے بھی جدوں انج دا مرد ہے نا اللہ دی مخلوق نو بھی سکون مل جاندا ہے شہراں 'چ امن ہو جاندا ہے. کہ یہ جے دنیا تو جاندے نے درختاں نو بھی سکون ملدا جے ڈنگراں نو بھی سکون آ جاندا ہے. صحیح بخاری مسلم ہے یستریح منہ العباد والبلاد والشجر والدواب. نہیں بانے 4 چیزاں گنائی ہیں ایویں ہی ہوندا ہے. اچھا کئی ایک تو ہوندا نا کہ یہ دی ہور کو توجیہ ہو سکتی ہے نا اس حدیث کی ایک ظاہری بھی ہے. جنہاں نے ڈنگر رکھے نے کئی ڈنگراں دے بھا دی لیاندی رکھ دینا ادھروں ڈانگ مارو ادھروں ڈانگ مار ایڈے زہر ہوندے نے آپ نے گالاں کڈی رکھ دینے اپنے آپ نے نالے مجھ نو سوٹا مار دین نالے تیرے سائیاں نو ایندے ہی کیتا آپ نے بھی معافی نہیں دیندے وہ انہوں نے کم بختی لے رکھتے ہیں. میرا خیال یہ جب بے نماز ڈنگر کٹن والا جب جانا ڈنگر بھی آدھے یا اللہ شکر ہے جان چھٹی کسی سکون دا ساتھ آیا یہ ہوتا ہے کہ نہیں ہوتا. تو امام کائنات نے فرمایا کئی بندے بدماش ڈاکو چور بڑے بڑے وڈے مرد نے نا ادھر بصیر پور ایک پتہ نہیں کہڑا اشتہاری وہ کہتے جب مر گیا نا پولیس مقابلے لوگوں نے اس علاقے ڈیگاں لائیاں بھی بڑا مگروں لتھی جے لوگوں نے چاول تقسیم کیتے. یہ جے بندے بھی پے نا دنیا تو جان لوگ خوشیاں کرتے ہیں دفعہ ہویا یار تو کم از کم ایسی زندگی نہ گزارو. میں صرف اینا دسنا بھی یار ویکھو نا 60-65 سال نے کوئی ہسیا کھیڈیا کرو لوگوں نے مسکرا کے ملیا کرو 24 گھنٹے منہ سیوے والی ککڑی طرح پھلے ہی رہتے ہیں 24 گھنٹے. اللہ دے بندے کم از کم کوئی حساس بشاس چہرہ رکھو ہس کے ملنا بھی صدقہ ہوتا ہے. امام کائنات محمد الرسول اللہ. اچھا باقی لفظ میں پھر بیان کرنے نے یہ مولانا ظفر صاحب ہر واری مینوں آندے نے تو میں کئی باری آنا بھی میرا ایکسپرٹ تو نہیں تھا چلو لیکن یہ ادارہ ہے مدرسہ ہے طلباء پڑھتے ہیں تو کی یار ساری زندگی رب دا دتا کھانے کہ نہیں کھانے بولو تو صحیح کھاندے جے تو رب دیندا پیا کہ نہیں. تو جڑا اج جیباں جو اج آپ مدرسے نو دے جائیے آ جاؤ سارے بھرا نہ مدرسے دی خدمت دل کھول کے کرو کوئی میرا بھرا خالی نہ جائے سارے اللہ دے گھر دی خدمت کر کے جایا جے بچے روٹیاں کھان گے طلبہ کھانا کھان گے ہونے ہی کہ نقدو نقدی لیاؤ اللہ دے بندے کو بسم اللہ پڑھو چلو ادھے ادھے دے جو سارے نہیں ماشاءاللہ اللہ دی جوانی چ برکت فرمائے ماشاءاللہ ابتدا ہو گئی ہے 500 والے بھی آن لگے نے ماشاءاللہ اللہ میرے بھائی نے میرا پرانا ساتھی اللہ برکت عطا فرمائے اللہ محبت عطا فرمائے ماشاءاللہ ماشاءاللہ نبی خالی نہیں کدے جانا ماشاءاللہ امیر محترم دی طرفوں 1000 روپیہ ماشاءاللہ آپ ایک اور 1000 500 روپیہ ماشاءاللہ نوٹاں دی بارش ہو گئی اللہ تھوڑی جوانیاں چ برکت فرمائے لئیو اللہ بھی سنبھالو اللہ دی مخلوق بہت ہوگی ماشاءاللہ ماشاءاللہ سارے بھرا اٹھیا جے ماشاءاللہ اجے شیر پنجاب دا خطاب ہونا تو سارا رب نے جڑا دیتا ہے نا اج ادھے ادھے اتنے دے جائیے مسیطے آؤ ماشاءاللہ ماشاءاللہ کوئی بھرا خالی سارے دیتے ہیں جیب خالی کرتے ہیں ماشاءاللہ ویکھ لو میرا بھرا دا میری جیب چ جننے سی میں مسیطے دے چلیا کیسا جذبہ ہے جذبہ اور بھی لیاؤ رب نے اپن بڑے دے دینے نے بھا جی لیاؤ ماشاءاللہ ماشاءاللہ
کوئی بھرا 500 روپیہ میرے بھرا نے دیتا 1000 روپیہ اللہ قبول فرمائے اللہ جوانی چ برکت فرمائے اب ماشاء اللہ اب میرے بھرا نے اور 500 دیتے نے اللہ قبول فرمائے اللہ انہاں دے رزق سے برکت فرمائے روزی سے برکت فرمائے ماشاء اللہ ماشاء اللہ ماشاء اللہ 1000 روپیہ 5000 والے نہیں اتنے چلتے قصور کے بند ہوئے نے اب ماشاء اللہ جی جلدی کرو 5000 والا بھی آؤ یار کو دل خوش ہو جاتا اللہ کے گھر کی خدمت ہو گئی چلو یار ماشاء اللہ میرے بھرا نے میرے تو بہتے ہو گئے ماشاء اللہ سارے بھرا باہر بھی جڑے بیٹھے جے اگے آ جاؤ جن قدم چکو گے انیاں نیکیاں ملنیاں نے انشاءاللہ گناہ گار درویش کی دعا ہے اللہ تھوڑی زندگی سے بھی برکت فرمائے تے صحت سے بھی برکت فرمائے تے اللہ کاروبار سے بھی برکت فرمائے ماشاء اللہ آؤ جی آؤ آجو 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 ماشاء اللہ آؤ یار ماشاء اللہ آ بھی نکو پتر میرے بھرا نے ساری جیب ویلی کی اللہ دی امی 1000 روپیہ ماشاء اللہ میرے بھرا لئی دعا کرے جی امی جان فوت ہوئی اللہ جنت چ اعلیٰ مقام دے جنہ دے بھی فوت ہو گئے اللہ جنت چ اعلیٰ مقام عطا فرمائے بھائی پیسے نہ دیا جے بہت جاؤ سارے بھائی آؤ ماشاء اللہ کوئی میرا ویر خالی نہ جائے بھی کوئی 5000 والا نہیں آیا کوئی دل کو سکون نہیں ہو جاتا ماشاء اللہ تو بتھیرے ماشاء اللہ ساتھی ہمت کی ہے میں ایک اعلان کرنا تو تھوڑی جی تھی صلاح سلو کر لو بھی پھر بھی دینے نے کہ نہیں دینے کئی بوڑھی تو ڈرتے بھی نہیں دیں بھی جانے اگلے انٹرویو نہ لے لو بھی کتنے دے ہیں سارے ہی آہو تو پا جی وہ باجی کی محنت اسی کر لیں گے بھی کچھ نہ کہیں بھائی اج دے لین دے اللہ کے گھر نو دینا نا وہ کئی باری میں ہونا نا وہ کئی بندے واہ بھائی پیسے دے دینا تو بڑھیاں روس بھی پہ جی انہیں بھی مولوی تو روز آتے ہیں مولویاں آخے لگی تو بندہ 100 دینا 50 دینا تم کی گھر نو کنڈ کی ساری فڑا آئے ہیں ایک میرے بھرا آتا میں ساری جیب اج ویلی کر دیتی ہے آتا تھی کہا بھی جیب ویلی کر دے تو میں ساری ویلی کر دی اللہ ہور دے گا تو ان شاء اللہ اللہ دیندیاں نو دیندا جے اور آپ کولوں نہیں دینا ماشاء اللہ ماشاء اللہ اللہ برکتاں دے بھائی میرے بھرا نے کوئی 2000 3000 4000 اللہ قبول فرما لے ماشاء اللہ ہاں جی سردار اقبال ڈوگر صاحب نے ماشاء اللہ ویکھو ڈوگر دین لگ پے جڑے اسی لوکاں کولوں کھو لینے ہیں تو نہیں پتا یہ میری برادری دا بندہ جے ساڈے ڈوگراں دا تانوں پتہ ہے اسی تو ویکھ لو ڈوگر دین لگ جان مڑ تسی نہ دیو تے ماڑی گل ہے یار تانوں پتہ بھی اگو میں ڈوگراں جو اللہ نے مینوں سمجھ دیتی اللہ نے ہدایت دیتی میرے مولا دا کرم ہے نا یار تے مینوں آپ دی برادری دا پتہ مینوں خوشی ہوئی ہے بھائی پیسے لے کے آیا ڈوگر ہو کے ماشاء اللہ اللہ اندے پیسوں سے برکت فرمائے رزق سے برکت فرمائے اللہ سردار صاحب نو صحت ایمان والی لمبی زندگی دے جے سرداراں دیتے نے تو تانوں دینے پینے نہیں تو سردار کਢا بھی لیندے نے چھتی کرو تہاڈی مہربانی نالے ایک اعلان میں کرن لگا تے ذرا سن لو تے ٹائم بڑا ہویا جاندا ذرا اچھا پیچھے لکھے اے جڑا پروگرام ہو رہا ہے نا جی ماشاءاللہ جامع مسجد ابو بکر علیہ حدیث رسول پور دے اندر نا رسول پور اتھے ہو رہی سیرت النبی کانفرنس 9 دسمبر بروز ہفتہ خطاب فرمان لی آ رہے ہیں مقرر شیری بیاں واضح خوشلان حضرت مولانا عبدالرزاق طاہر صاحب سہی والے اور مولانا محمد اکرم زہد صاحب ویلی لکھا والے اور مولانا طارق ضیاء صاحب سوڈی والے یہ 3 علماء خطاب فرمان گے تو تسی رسول پور سارے تشریف لے کے جائے جی میں اتھے لے کے آئے جے تو سارے اتنے تشریف لے کے جائیں ایک 5 دسمبر نو ماشاءاللہ پروگرام ہو رہا ہے یہ 5 دسمبر بروز منگل بعد نماز عشاء بامقام جامعہ مسجد یہ کی لکھا ہے بھائی جامعہ سیدیہ او اپنا ریونڈ روڈ تے اتھے ہو رہی ریونڈ روڈ تے عظمت قرآن کانفرنس ہو رہی ماشاءاللہ تے جن دے اندر ماشاءاللہ خصوصی خطاب تہاڈے لئی خوشخبری ہے دوبارہ شیر پنجاب صاحب کا خطاب ہوئے گا انشاءاللہ 5 نو شیر پنجاب صاحب میرے بڑے بھائی قابل احترام شیر پنجاب صاحب حضرت مولانا منظور احمد صاحب انہوں دا خطاب ہوئے گا مولانا کاشف شہین صاحب دا خطاب ہوئے گا 5 دسمبر بعد نماز عشاء تے سارے لے کے جائے جی تشریف تے تہاڈی مہربانی 5000 کو دے دیو میں پھر جاواں یار انے بندے جی اللہ دے بندے ہو تے اللہ نے بندے نو بڑا بڑا دیتا ہے سویرے دے دیا جے اونج دھار دور کر لو
ਹੱਕ ਮਾਰ ਟਾਈਮ ਨਾਲ ਹੀ ਦੇਣਾ ਚਾਹੀਦਾ। ਬੰਦਾ ਉੱਠ ਕੇ 5000 ਰੁਪਇਆ ਦੇ ਤੇ ਫਿਰ ਮੈਂ ਤਕਰੀਰ ਸ਼ੁਰੂ ਕਰਾਂ। ਹਾਂ ਮਾਸ਼ਾਅੱਲਾ, ਅੱਲਾ ਦੇ ਵਲੀ ਨੇ ਲਫ਼ਜ਼ ਬੋਲ ਦਿੱਤੇ ਨੇ, ਪੂਰੇ ਕਰ ਦਿਓ, ਤੁਹਾਨੂੰ ਅੱਲਾ ਬੜੇ ਹੀ ਦੇ। ਮੇਰਾ 5 ਦਾ ਲੈ ਲਓ, ਅਮਜਦ ਇਕਬਾਲ ਦਾ 5 ਦਾ ਲੈ ਲਓ। ਹਾਂ ਭਾਈ ਅਮਜਦ ਇਕਬਾਲ ਆਂਦੇ ਨੇ ਮੇਰਾ 5 ਲਿਖ ਲਓ। ਸੁਭਾਨ ਅੱਲਾ, ਅੱਲਾ ਮੇਰੇ ਭਰਾ ਦੀ ਜ਼ਿੰਦਗੀ 'ਚ ਬਰਕਤ ਫਰਮਾਏ। ਆ ਮੇਰਾ ਯਾਰ ਆਇਆ ਜੇ ਵੇਖ ਲਓ ਹੁਣ। ਸੁਭਾਨ ਅੱਲਾ, ਲਓ ਜੀ ਮਾਸ਼ਾਅੱਲਾ। ਗਿਆ ਹੁਣ 20000 ਕਰੋ। ਇਹ ਨਮਾਜ਼ਾਂ ਬਖਸ਼ਾਣ ਗਿਆ, ਰੋਜ਼ੇ ਵੀ ਗੱਲ ਪੈ ਗਿਆ ਹੁਣ। ਅਮਜਦ ਸਾਹਿਬ 5000। ਭਾਈ ਅਮਜਦ ਸਾਹਿਬ ਨਾਂ ਦੱਸਿਆ ਜੀ ਯਾਰ ਮੈਨੂੰ ਜ਼ਹਿਨ 'ਚ ਨਹੀਂ। ਭਾਈ ਜ਼ਹੂਰ ਅਹਿਮਦ, ਅੱਲਾ ਦੀ ਜਵਾਨੀ 'ਚ ਬਰਕਤ ਫਰਮਾਏ। ਭਾਈ ਜ਼ਹੂਰ ਸਾਹਿਬ ਨੇ 5000 ਦਿੱਤਾ, ਅੱਲਾ ਕਬੂਲ ਫਰਮਾਏ। ਮੇਰੇ ਦਿਲ 'ਚ ਕੋਈ ਇਹ ਕਿਹੜਾ ਨਾ ਕੰਮ ਕੁਮ ਮੈਨੂੰ ਕੋਈ ਨਹੀਂ ਇਹ ਬਲ ਬੁਲ ਆਉਂਦਾ। ਇਹ ਮੈਨੂੰ ਆਂਦੇ ਨੇ ਤੇ ਮੈਂ ਸਿਰਫ ਇਸ ਗੱਲੋਂ ਆਖਿਆ ਕਿ ਇੱਥੇ ਤਾਲਬ ਇਲਮ ਪੜ੍ਹਦੇ ਨੇ ਬੱਚੇ। ਖਾਣਾ ਖਾਣਗੇ ਅੱਲਾ ਦੇ ਬੰਦੇ, ਸਾਨੂੰ ਫਿਰ ਕਿੰਨਾ ਅੱਲਾ ਸਵਾਬ ਦੇਗਾ। ਜਦੋਂ ਬੱਚੇ ਖਾਣਗੇ ਅੱਲਾ ਸਾਡੇ ਰਿਜ਼ਕ 'ਚ ਇਜ਼ਾਫਾ ਕਰ ਦੇਗਾ। ਨਾਲੇ ਮੈਂ ਆਂਦਾ ਹੁੰਦਾ ਵੀ ਅਸੀਂ ਕਿਹੜਾ ਕੋਲੋਂ ਦਿੰਦੇ, ਨੋਟਾਂ ਵਾਲੀ ਮਸ਼ੀਨ ਘਰ ਥੋੜਾ ਲਾਈ ਉਹਦੇ ਦਿੱਤੇ ਜਦੋਂ ਦੇ ਹੀ ਜਾਂਦੇ ਆ। ਉਹ ਸਾਨੂੰ ਦਿੰਦਾ ਹੈ, ਅਸੀਂ ਉੱਥੇ ਦਿੰਦੇ ਆ। ਅਕੂਲੁ ਕੌਲੀ ਹਾਜ਼ਾ ਅਸਤਗਫਿरुल्लाह ली व लकुम वलिसाइर जज़ाकुमुल्लाह खैर, जज़ाकुमुल्लाह खैर, फिर दुनिया वाला आखिर।